ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪੁ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਸ੍ਰੀ ਨਾਨਕ ਤੇ ਆਦ ਲੈ ਦਸਵੇਂ ਗੁਰ ਪਰਜੰਤ। ਬਾਰੰਬਾਰ ਸੋ ਬੰਦਨਾ ਸਾਹਿਬ ਸ੍ਰੀ ਗੁਰੂ ਗ੍ਰੰਥ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਮੂਕ ਊਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਇ। ਅੰਧ ਲਖੈ ਬਦਰੁ ਸੁਣੈ ਜਿਉ ਕਾਲ ਕਿਰਪਾ ਕਰਾਇ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਆਗੈ ਸੁਖ ਗੁਰ ਦੀਆ ਪਾਛੈ ਕੁਸਲ ਖੇਮ ਗੁਰ ਕੀਆ। ਆਗੈ ਸੁਖ ਗੁਰ ਦੀਆ ਪਾਛੈ ਕੁਸਲ ਖੇਮ ਗੁਰ ਕੀਆ। ਸਰਬ ਨਿਧਾਨ ਸੁਖ ਪਾਇਆ ਗੁਰ ਆਪਣਾ ਹਿਰਦੈ ਧਿਆਇਆ। ਆਪਣੇ ਸਤਿਗੁਰ ਕੀ ਵਡਿਆਈ ਮਨ ਇੱਛੇ ਫਲ ਪਾਈ। ਸੰਤੋ ਦਿਨ ਦਿਨ ਚੜ੍ਹੈ ਸਵਾਈ। ਰਹਾਉ
ਜੀ ਜੰਤ ਸਭ ਭਏ ਦਇਆਲਾ, ਪ੍ਰਭ ਆਪਣੇ ਕਰ ਦੀਨੇ। ਸਹਿਜ ਸੁਭਾਏ ਮਿਲੇ ਗੋਪਾਲਾ, ਨਾਨਕ ਸਾਚ ਪਤੀਨੇ। ਜੀ ਜੰਤ ਸਭ ਭਏ ਦਇਆਲਾ, ਪ੍ਰਭ ਆਪਣੇ ਕਰ ਦੀਨੇ। ਸਹਿਜ ਸੁਭਾਏ ਮਿਲੇ ਗੋਪਾਲਾ, ਨਾਨਕ ਸਾਚ ਪਤੀਨੇ। ਸੋਰਠ ਮਹੱਲਾ ਪੰਜਵਾ। ਆਗੈ ਸੁਖ ਗੁਰ ਦੀਆ, ਪਾਛੈ ਕੁਸਲ ਖੇਮ ਗੁਰ ਕੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਚਬਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਹੋ ਕੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਦਿਆਂ ਹੋਇਆਂ ਗੁਰੂ ਕੀ ਪਾਵਨ ਬਾਣੀ ਦੇ ਪਾਠ ਜਾਪ ਸਰਵਣ ਕਰਦਿਆਂ ਹੋਇਆਂ ਆਪਣੇ ਸਮੇਂ ਨੂੰ ਜੀਵਨ ਨੂੰ ਸਫਲ ਬਣਾ ਰਹੇ ਹਾਂ। ਸਤਿਗੁਰਾਂ ਦੀ ਮਹਾਨ ਕਿਰਪਾ ਹੋਈ। ਅੰਮ੍ਰਿਤ ਵੇਲੇ ਪ੍ਰਕਾਸ਼ ਦੀ ਸੇਵਾ, ਉਸ ਤੋਂ ਉਪਰੰਤ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਪੜ੍ਹੇ ਸੁਣੇ ਗਏ ਹਨ, ਜਿਸ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ, ਉਸ ਦੇ ਵਿੱਚੋਂ ਆਪਾਂ ਪਾਠ ਨੂੰ ਸ਼ਬਦ ਨੂੰ ਸਰਵਣ ਕੀਤਾ ਹੈ। ਇਹ ਪਾਵਨ ਪਵਿੱਤਰ ਸ਼ਬਦ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ, ਜਿਨ੍ਹਾਂ ਦੇ ਅੰਦਰ ਸਤਿਗੁਰੂ ਜੀ ਸਾਨੂੰ ਉਪਦੇਸ਼ ਸਿੱਖਿਆ ਬਖਸ਼ਿਸ਼ ਕਰਦੇ ਹਨ। ਪਿਛਲੇ ਸ਼ਬਦ ਦੇ ਅੰਦਰ ਸਤਿਗੁਰਾਂ ਨੇ ਨਾਮ ਦੀ ਵਡਿਆਈ ਬਿਆਨ ਕੀਤੀ ਕਿ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਅੰਦਰ ਐਸੀ ਸਮਰੱਥਾ ਹੈ ਕਿ ਨਾਮ ਨੂੰ ਜਪਣ ਵਾਲਾ ਸੰਸਾਰ ਦੇ ਅੰਦਰ ਬੜਾ ਪ੍ਰਸਿੱਧ, ਲੋਕ ਪਰਲੋਕ ਦੇ ਅੰਦਰ ਉਹਦੀ ਜੈ ਜੈਕਾਰ ਹੋ ਜਾਂਦੀ ਹੈ, ਜਿਹੜਾ ਨਾਮ ਨੂੰ ਜਪਣ ਲੱਗ ਜਾਂਦਾ। ਇਸੇ ਪ੍ਰਕਾਰ ਹੀ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਤਿਗੁਰੂ ਜੀ ਗੁਰੂ ਦੀ ਵਡਿਆਈ, ਸਤਿਗੁਰੂ ਦੀ ਮਹਿਮਾ ਬਿਆਨ ਕਰਦੇ ਹਨ ਕਿ ਗੁਰੂ ਕੀ ਵਡਿਆਈਆਂ ਬਖਸ਼ਿਸ਼ ਕਰ ਦਿੰਦਾ ਹੈ। ਸੰਸਾਰ ਦੇ ਅੰਦਰ ਬੜੇ ਗੁਰੂ ਜਿਹੜੇ ਹਨ, ਉਹ ਆਪੋ ਆਪਣੇ ਧਰਮ ਅਨੁਸਾਰ ਉਹਨਾਂ ਨੂੰ ਮੰਨਿਆ ਪੂਜਿਆ ਜਾਂਦਾ ਹੈ, ਪਰ ਗੁਰਮਤਿ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕਰਕੇ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਜੋ ਸਰੀਰ ਰੂਪ ਦੇ ਅੰਦਰ ਹੋਏ, ਉਹਨਾਂ ਤੋਂ ਬਾਅਦ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜੋ ਸਿੱਖਾਂ ਦੇ ਖਾਲਸੇ ਪੰਥ ਦੇ ਸਤਿਗੁਰਾਂ ਨੇ ਗੁਰੂ ਸਥਾਪਿਤ ਕੀਤੇ। ਗੁਰੂ ਤੋਂ ਭਾਵ ਹੈ ਕਿ ਜਿਹੜਾ
ਅਗਿਆਨ ਨੂੰ ਦੂਰ ਕਰ ਦਿੰਦਾ ਹੈ ਅਤੇ ਹਿਰਦੇ ਦੇ ਅੰਦਰ ਸਾਡੇ ਪ੍ਰਕਾਸ਼ ਕਰ ਦਿੰਦਾ ਹੈ। ਉਸ ਨੂੰ ਧਾਰਮਿਕ ਸ਼ਾਸਤਰਾਂ ਨੇ, ਵਿਦਵਾਨਾਂ ਨੇ ਗੁਰੂ ਕਿਹਾ ਹੈ। ਸੋ ਸਤਿਗੁਰੂ ਦੀ ਵਡਿਆਈ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਿਆਨ ਕਰਦੇ ਹਨ। ਜਿਸ ਪ੍ਰਕਾਰ ਵੀ ਸਤਿਗੁਰੂ ਜੀ ਇਹ ਸਿੱਖਿਆ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕਰਦੇ ਹਨ, ਮਨ ਬਿਰਤੀਆਂ ਨੂੰ ਇਕਾਗਰ ਕਰਕੇ ਆਪਾਂ ਪਾਵਨ ਸ਼ਬਦ ਦੀ ਵਿਚਾਰ ਨੂੰ ਸਰਵਣ ਕਰਨ ਦੇ ਯਤਨ ਕਰੀਏ ਜੀ। ਸਾਰੀ ਸੰਗਤ ਪ੍ਰੇਮ ਦੇ ਨਾਲ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਆਗੈ ਸੁਖ ਗੁਰ ਦੀਆ, ਪਾਛੈ ਕੁਸਲ ਖੇਮ ਗੁਰ ਕੀਆ। ਸੋਰਠ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਹਨ ਕਿ ਆਗੈ ਸੁਖ ਗੁਰ ਦੀਆ। ਅੱਗੇ ਤੋਂ ਭਾਵ ਕਿ ਪ੍ਰਲੋਕ ਦੇ ਅੰਦਰ ਇੱਕ ਲੋਕ ਹੈ, ਇੱਕ ਪ੍ਰਲੋਕ ਹੈ। ਇੱਕ ਜਿਸ ਦੁਨੀਆ ਨੂੰ ਆਪਾਂ ਦੇਖ ਰਹੇ ਹਾਂ ਉਹ ਹੈ, ਇੱਕ ਉਹ ਹੈ ਜਿਹੜੀ ਆਪਾਂ ਨਹੀਂ ਦੇਖੀ। ਇੱਕ ਨੂੰ ਆਪਾਂ ਦੇਖ ਰਹੇ ਹਾਂ, ਇੱਕ ਅਣਡਿੱਠੀ ਦੁਨੀਆ ਹੈ, ਉਹ ਪ੍ਰਲੋਕ ਹੈ। ਅੱਗੇ ਜੋ ਪ੍ਰਲੋਕ ਦਾ ਸੁੱਖ ਹੈ, ਜਿੱਥੇ ਨਾ ਤਾਂ ਸਾਡਾ ਕੋਈ ਧਨ ਪਦਾਰਥ ਸਾਡੀ ਸਹਾਇਤਾ ਕਰ ਸਕਦਾ, ਨਾ ਸਾਡਾ ਕੋਈ ਸਾਕ ਸੰਬੰਧੀ ਰਿਸ਼ਤੇਦਾਰ ਦੋਸਤ ਮਿੱਤਰ ਸਹਾਈ ਹੋ ਸਕਦਾ। ਉੱਥੇ ਫਿਰ ਗੁਰੂ ਜਿਹੜਾ ਹੈ ਉਹ ਸਹਾਈ ਹੁੰਦਾ। ਆਗੈ ਸੁਖ ਗੁਰ ਦੀਆ। ਅੱਗੇ ਪ੍ਰਲੋਕ ਦੇ ਅੰਦਰ ਜੇ ਸਾਨੂੰ ਸੁੱਖ ਦੇਣ ਵਾਲਾ ਹੈ ਤੇ ਉਹ ਗੁਰੂ ਹੈ। ਗੁਰੂ ਨੇ ਜੋ ਨਾਮ ਸਾਨੂੰ ਬਖਸ਼ਿਸ਼ ਕੀਤਾ, ਉਹ ਨਾਮ ਸਾਨੂੰ ਅੱਗੇ ਪ੍ਰਲੋਕ ਦੇ ਅੰਦਰ ਸਹਾਈ ਹੁੰਦਾ। ਜਿਵੇਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ, ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਿਹ ਮਾਰਗ ਕੇ ਗਨੇ ਜਾਹੇ ਨ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ। ਜਿਹ ਪੈਡੈ ਮਹਾ ਅੰਧ ਗੁਬਾਰੀ, ਹਰ ਕਾ ਨਾਮ ਤਹ ਸੰਗ ਉਜਾਰੀ। ਕਿ ਜਿਸ ਰਸਤੇ 'ਤੇ ਜੇ ਹਨੇਰਾ ਹੀ ਹਨੇਰਾ, ਉੱਥੇ ਚਾਨਣ ਕਰਨ ਵਾਲਾ ਗੁਰੂ ਦਾ ਨਾਮ ਹੈ, ਪਰਮੇਸ਼ਰ ਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਅੱਗੇ ਦਰਗਾਹ ਦੇ ਅੰਦਰ ਪ੍ਰਲੋਕ ਦੇ ਅੰਦਰ ਗੁਰੂ ਜਿਹੜਾ ਹੈ ਉਹ ਸੁੱਖ ਵਰਤਾ ਦਿੰਦਾ। ਕਿਉਂਕਿ ਗੁਰੂ ਸਾਹਿਬਾਨ ਸਾਡੇ ਲੋਕ ਅਤੇ ਪ੍ਰਲੋਕ ਦੇ ਰੱਖਿਅਕ ਹਨ। ਸਤਿਗੁਰਾਂ ਦੀ ਪਾਵਨ ਬਾਣੀ ਆਪਾਂ ਜਦੋਂ ਪੜ੍ਹਦੇ ਹਾਂ, ਇਸ ਦੇ ਅੰਦਰ ਸਤਿਗੁਰਾਂ ਨੇ ਬਚਨ ਕੀਤੇ ਹਨ। ਜੈਸਾ ਸਤਿਗੁਰ ਸੁਣੀਂਦਾ, ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ, ਹਰ ਦਰਗਹ ਕਾ ਬਸੀਠ। ਬਸੀਠ ਕਹਿੰਦੇ ਹਨ ਵਿਚੋਲੇ ਨੂੰ, ਜਿਹੜਾ ਸੰਸਾਰੀ ਤਲ ਦੇ ਅੰਦਰ ਦੋ ਜੀਆਂ ਨੂੰ, ਦੋ ਪਰਿਵਾਰਾਂ ਨੂੰ ਜੋੜ ਦਿੰਦਾ। ਇਸੇ ਪ੍ਰਕਾਰ ਹੀ ਜਿਹੜਾ ਜੀਵ ਹੈ, ਆਪਾਂ ਉਹ ਪਰਮੇਸ਼ਰ ਤੋਂ ਵਿਛੜੇ ਹੋਏ ਹਾਂ। ਉਸ ਪਰਮਾਤਮਾ ਦੇ ਨਾਲ ਮੇਲ ਕੇ ਅਤੇ ਸੁੱਖ ਦੇਣ ਵਾਲਾ ਜੋ ਹੈ ਉਹ ਗੁਰੂ ਹੈ। ਜਿਹੜੇ ਐਸੇ ਗੁਰੂ ਦੇ ਨਾਮ ਦੇ ਲੜ ਲੱਗ ਜਾਂਦੇ ਹੈ, ਤਾਂ ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਰੇ ਰੇ ਦਰਗਹ ਕਹੈ ਨ ਕੋ, ਆਓ ਬੈਠ ਆਦਰ ਸੁਭ ਦਿਓ। ਕਿ ਜਿਸ ਪ੍ਰਲੋਕ ਦੇ ਅੰਦਰ ਬੜੇ ਦੁੱਖ ਝੱਲਣੇ ਪੈਂਦੇ ਆ ਜੀਵਾਂ ਨੂੰ, ਬੜਾ ਕਠਿਨ ਮਾਰਗ ਹੈ। ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ ਐਸਾ ਮਾਰਗ ਦੱਸਿਆ ਹੋਇਆ। ਸਤਿਗੁਰੂ ਜੀ ਬਚਨ ਕਰਦੇ ਹਨ, ਖੰਡੇ ਧਾਰ ਗਲੀ ਅਤ ਭੀੜੀ, ਲੇਖਾ ਲੀਜੈ ਤਿਲ ਜਿਉ ਪੀੜੀ। ਇਹ ਬਚਨ ਸਤਿਗੁਰਾਂ ਨੇ ਕੇਵਲ ਡਰਾਉਣ ਵਾਸਤੇ ਨਹੀਂ ਆਪਾਂ ਨੂੰ ਬਿਆਨ ਕੀਤੇ, ਇਹ ਹਕੀਕਤ ਹੈ, ਇਹ ਸੱਚਾਈ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਐਸੇ ਮਾਰਗ ਦੇ ਉੱਤੇ, ਐਸੇ ਰਸਤੇ ਦੇ ਉੱਤੇ ਜਿਹਦਾ ਸਾਨੂੰ ਕੁਝ ਪਤਾ ਨਹੀਂ, ਉੱਥੇ ਸਹਾਇਤਾ ਕਰਨ ਵਾਲਾ ਜੋ ਹੈ ਉਹ ਗੁਰੂ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਗੁਰੂ ਦੇ ਲੜ ਲੱਗ ਕੇ ਆਗੈ ਸੁਖ ਗੁਰ ਦੀਆ। ਅੱਗੇ ਪ੍ਰਲੋਕ ਦੇ ਅੰਦਰ
ਸਤਿਗੁਰੂ ਸਾਹਿਬਾਨ ਜੀ ਨੇ ਸਾਨੂੰ ਸੁਖ ਦੀ ਜਿਹੜੀ ਦਾਤ ਹੈ ਉਹ ਬਖਸ਼ਿਸ਼ ਕੀਤੀ ਹੈ। ਪਾਛੈ ਕੁਸਲ ਖੇਮ ਗੁਰ ਕੀਆ। ਪਾਛੈ ਤੋਂ ਭਾਵ ਇਸ ਲੋਕ ਦੇ ਅੰਦਰ ਜਿਹੜੀ ਕੁਸਲ ਨਾਮ ਹੁੰਦਾ ਖੁਸ਼ੀ ਦਾ, ਖੇਮ ਨਾਮ ਹੁੰਦਾ ਰੱਖਿਆ ਦਾ। ਜਿਹੜੀਆਂ ਖੁਸ਼ੀਆਂ ਤੇ ਰੱਖਿਆ ਹੈ ਉਹ ਵੀ ਸਾਡੀ ਗੁਰੂ ਨੇ ਕੀਤੀ ਹੈ। ਇਸ ਲੋਕ ਦੇ ਅੰਦਰ ਵੀ ਗੁਰੂ ਸਾਹਿਬਾਨ ਜੀ ਨੇ ਸਾਨੂੰ ਸਰੀਰ ਕਰਕੇ, ਮਨ ਕਰਕੇ, ਬਾਣੀ ਕਰਕੇ ਸਾਡੀ ਰੱਖਿਆ ਕੀਤੀ ਹੈ। ਅੱਗੇ ਪ੍ਰਲੋਕ ਦੇ ਅੰਦਰ ਵੀ ਸਾਡੀ ਰੱਖਿਆ ਕਰਨ ਵਾਲੇ ਗੁਰੂ ਸਾਹਿਬਾਨ ਹਨ। ਸਰਬ ਨਿਧਾਨ ਸੁਖ ਪਾਇਆ, ਗੁਰ ਆਪਣਾ ਹਿਰਦੈ ਧਿਆਇਆ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਹਿਰਦੇ ਦੇ ਅੰਦਰ ਧਿਆਉਣਾ ਕੀਤਾ, ਆਪਣੇ ਗੁਰੂ ਦੇ ਨਾਮ ਨੂੰ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਅੰਦਰ ਵਸਾਇਆ ਹੈ, ਤਾਂ ਸਤਿਗੁਰੂ ਜੀ ਕਹਿੰਦੇ ਸਰਬ ਨਿਧਾਨ। ਨਿਧਾਨ ਨਾਮ ਹੁੰਦਾ ਖਜ਼ਾਨੇ ਦਾ। ਸਾਰੇ ਖਜ਼ਾਨਿਆਂ ਦਾ ਜਿਹੜਾ ਸੁੱਖ ਹੈ ਉਹ ਨਾਮ ਦੇ ਅੰਦਰ ਹੈ। ਉਹ ਨਾਮ ਦਾ ਸੁੱਖ ਜਿਹੜਾ ਉਹ ਫਿਰ ਉਹਨਾਂ ਨੇ ਪ੍ਰਾਪਤ ਕਰ ਲਿਆ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸ ਕਾ ਬਿਸਰਾਮ। ਜਿਹੜਾ ਨੌ ਨਿਧੀਆਂ ਦਾ ਮਾਲਕ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ਉਹ ਹੈ ਸਾਡੇ ਹਿਰਦੇ ਦੇ ਅੰਦਰ ਹੀ। ਉਹ ਪਰਮਾਤਮਾ ਜੋ ਹੈ ਸਾਡੇ ਅੰਦਰ ਹੀ ਹੈ। ਆਤਮਾ ਰੂਪ ਹੋ ਕੇ, ਸੱਤਾ ਰੂਪ ਹੋ ਕੇ ਉਹ ਸਾਡੇ ਅੰਦਰ ਬੈਠਾ ਹੈ। ਪਰ ਉਹਦੀ ਪ੍ਰਾਪਤੀ ਜਦੋਂ ਹੁੰਦੀ ਉਹ ਗੁਰੂ ਦੁਆਰਾ ਹੁੰਦੀ ਹੈ। ਜਿਵੇਂ ਸਤਿਗੁਰੂ ਜੀ ਬਚਨ ਕਰਦੇ ਹਨ, ਤੂੰ ਹਿਰਦੈ ਗੁਪਤ ਵਸੈ ਦਿਨ ਰਾਤੀ, ਤੇਰਾ ਭਾਉ ਨਾ ਬੁੱਝੈ ਗਵਾਰੀ। ਰਹਿੰਦਾ ਉਹ ਪਰਮੇਸ਼ਰ ਵਾਹਿਗੁਰੂ ਸਾਡੇ ਹਿਰਦੇ ਅੰਦਰ ਹੀ ਹੈ। ਪਰ ਉਹਦੀ ਪ੍ਰਾਪਤੀ ਜਿਹੜੀ ਹੈ ਉਹ ਗੁਰੂ ਦੀ ਸਿੱਖਿਆ ਪ੍ਰਾਪਤ ਕਰਕੇ, ਅੰਤਰਮੁਖੀ ਬਿਰਤੀ ਕਰਕੇ ਫਿਰ ਉਹਦੀ ਪ੍ਰਾਪਤੀ ਹੁੰਦੀ ਹੈ। ਜਦੋਂ ਜੀਵ ਪਰਮੇਸ਼ਰ ਦੇ ਨਾਮ ਨੂੰ ਜਪਣ ਲੱਗ ਜਾਂਦਾ, ਬਿਰਤੀ ਨੂੰ ਅੰਤਰਮੁਖੀ ਕਰਦਾ, ਫਿਰ ਜਿਹੜੀ ਮਨ, ਬੁੱਧ, ਚਿੱਤ, ਹੰਕਾਰ ਇਹ ਜਿਹੜੀਆਂ ਚੀਜ਼ਾਂ ਹਨ ਇਹਨਾਂ ਨੂੰ ਸਾਧਦਾ ਜਾਂਦਾ, ਫਿਰ ਉਹ ਪਰਮੇਸ਼ਰ ਵਾਹਿਗੁਰੂ ਪ੍ਰਗਟ ਰੂਪ ਦੇ ਅੰਦਰ ਆਪਣੇ ਅੰਦਰੋਂ ਹੀ ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਕਰਕੇ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਜਿਨ੍ਹਾਂ ਨੇ ਹਿਰਦੇ 'ਚ ਨਾਮ ਨੂੰ ਧਿਆਇਆ ਹੈ ਉਹਨਾਂ ਨੇ ਸਾਰੀਆਂ ਖਜ਼ਾਨਿਆਂ ਦਾ ਮਾਲਕ ਪਰਮੇਸ਼ਰ ਵਾਹਿਗੁਰੂ ਉਹਦੇ ਸੁੱਖ ਨੂੰ ਪਾ ਲਿਆ ਹੈ। ਆਪਣੇ ਸਤਿਗੁਰ ਕੀ ਵਡਿਆਈ, ਮਨ ਇੱਛੇ ਫਲ ਪਾਈ। ਸਤਿਗੁਰੂ ਜੀ ਕਹਿੰਦੇ ਇਹ ਆਪਣੇ ਗੁਰੂ ਦੀ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਡਿਆਈ ਹੈ। ਮਨ ਇੱਛੇ ਫਲ ਪਾਈ, ਕਿ ਮਨ ਇੱਛਤ ਜਿਹੜੇ ਫਲ ਹਨ ਉਹਨਾਂ ਦੀ ਪ੍ਰਾਪਤੀ ਹੁੰਦੀ ਹੈ। ਜੋ ਜੋ ਜੀਵ ਆਪਣੇ ਮਨ ਦੇ ਅੰਦਰ ਚਿਤਵਨੀ ਕਰਦਾ ਹੈ ਉਹ ਚੀਜ਼ਾਂ ਜਿਹੜੀਆਂ ਉਹਨੂੰ ਪ੍ਰਾਪਤ ਹੋ ਜਾਂਦੀਆਂ। ਸ਼ੁੱਧ ਮਨ ਦੇ ਅੰਦਰੋਂ ਪਰਮੇਸ਼ਰ ਦੀ ਪ੍ਰਾਪਤੀ ਦੀ ਇੱਛਾ ਪੈਦਾ ਹੁੰਦੀ ਹੈ। ਸ਼ੁੱਧ ਮਨ ਦੇ ਅੰਦਰੋਂ ਗੁਰੂ ਦੇ ਨਾਮ ਜਪਣ ਦੀ ਇੱਛਾ ਪੈਦਾ ਹੁੰਦੀ ਹੈ। ਇਹ ਸਾਰੀਆਂ ਜਿਹੜੀਆਂ ਇੱਛਾਵਾਂ ਹਨ ਇਹਨਾਂ ਦੀ ਪੂਰਤੀ ਹੁੰਦੀ ਹੈ। ਸੰਤੋ ਦਿਨ ਦਿਨ ਚੜ੍ਹੈ ਸਵਾਈ ਰਹਾਉ। ਸਤਿਗੁਰੂ ਜੀ ਕਹਿੰਦੇ ਇਹ ਗੁਰੂ ਦੀ ਵਡਿਆਈ ਐਸੀ ਹੈ ਜੋ ਦਿਨ ਬ ਦਿਨ ਦੂਣੀ ਤੇ ਚੌਣੀ ਹੋ ਕੇ ਚੜ੍ਹਦੀ ਜਾਂਦੀ ਹੈ। ਇਹ ਜਿਵੇਂ ਜਿਵੇਂ ਕੋਈ ਜੀਵ ਗੁਰੂ ਵਾਲਾ ਬਣਦਾ ਜਾਂਦਾ, ਗੁਰੂ ਦੇ ਉਪਦੇਸ਼ਾਂ ਨੂੰ ਕਮਾਉਂਦਾ ਜਾਂਦਾ, ਅਤੇ ਗੁਰੂ ਕੀ ਸਿੱਖੀ ਦਾ, ਗੁਰੂ ਕੇ ਉਪਦੇਸ਼ਾਂ ਦਾ ਰੰਗ ਜਿਹੜਾ ਉਹਦੇ 'ਤੇ ਦੂਣਾ ਚੌਣਾ ਹੋ ਕੇ ਉਹ ਚੜ੍ਹਦਾ ਜਾਂਦਾ ਹੈ। ਜੀ ਜੰਤ ਸਭ ਭਏ ਦਇਆਲਾ, ਪ੍ਰਭ ਆਪਣੇ ਕਰ ਦੀਨੇ। ਸਤਿਗੁਰੂ ਜੀ ਕਹਿੰਦੇ ਜਿੰਨੇ ਜੀਵ ਜੰਤੂ ਹਨ ਸਭ ਦੇ ਉੱਤੇ ਉਹ ਪਰਮੇਸ਼ਰ ਨੇ ਦਇਆਲਤਾ ਕੀਤੀ। ਪ੍ਰਭ ਆਪਣੇ ਕਰ ਦੀਨੇ, ਉਹ ਸਾਰੇ ਹੀ ਪਰਮੇਸ਼ਰ ਵਾਹਿਗੁਰੂ ਨੇ ਉਹਨਾਂ ਦੇ ਅਧੀਨ ਕਰ ਦਿੱਤੇ। ਵੇਖੋ ਮਨੁੱਖ ਦੇ ਅੰਦਰ ਪਰਮੇਸ਼ਰ ਨੇ ਕੈਸੀ ਕਲਾ ਰੱਖੀ ਹੈ, ਮਨੁੱਖ ਦੇ ਅੰਦਰ ਕੈਸੀ ਸ਼ਕਤੀ ਰੱਖੀ ਹੈ ਉਹ ਪਰਮੇਸ਼ਰ ਨੇ, ਕਿ 84 ਲੱਖ ਜੋਨ ਉਪਾਈ, ਮਾਨਸ ਕਉ ਪ੍ਰਭ ਦੀ ਵਡਿਆਈ। ਕਿ ਜਿੰਨੀਆਂ 84 ਲੱਖ ਜੂਨਾਂ ਹਨ ਮਨੁੱਖ ਉਹਨਾਂ ਤੋਂ ਸਭ ਤੋਂ ਸਰਵੋਤਮ ਬਣਾਇਆ। ਕਿ ਮਨੁੱਖ ਜਿਹੜਾ ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮਹਿ ਤੇਰੀ ਸਿਕਦਾਰੀ। ਇਹ ਮਨੁੱਖ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਨੇ ਕਲਾ ਰੱਖੀ ਹੈ ਕਿ ਵੇਖੋ ਮਨੁੱਖ ਦੀ ਤਾਕਤ ਤੋਂ ਕਿਤੇ ਪਰੇ ਦੀਆਂ ਚੀਜ਼ਾਂ ਹਨ। ਹਾਥੀ ਹੈ, ਸ਼ੇਰ ਹੈ, ਪਰ ਮਨੁੱਖ ਦੀ ਕਲਾ ਦੇਖੋ ਕਿ ਉਹਨਾਂ ਨੂੰ ਵੀ ਅਧੀਨ ਕਰ ਲੈਂਦਾ। ਇਸ ਕਰਕੇ ਮਨੁੱਖ ਦੇ ਅੰਦਰ ਉਹ ਪਰਮੇਸ਼ਰ ਵਾਹਿਗੁਰੂ ਨੇ ਐਸੀ ਕਲਾ ਰੱਖੀ ਹੈ, ਐਸੀ ਸ਼ਕਤੀ ਰੱਖੀ ਹੈ
ਜੇ ਅਸੀਂ ਉਸ ਨੂੰ ਸਮਝ ਲੈਂਦੇ ਹਾਂ, ਜੇ ਅਸੀਂ ਗੁਰੂ ਵਾਲੇ ਬਣ ਕੇ ਉਸ ਗਿਆਨ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲੈਂਦੇ ਹਾਂ, ਫਿਰ ਅਸੀਂ ਮਨੁੱਖ ਹੋਣ ਦਾ ਪੂਰਾ ਲਾਭ ਜਿਹੜਾ ਉਹ ਪ੍ਰਾਪਤ ਕਰ ਲੈਂਦੇ ਹਾਂ। ਜਿਵੇਂ ਧਾਰਮਿਕ ਸ਼ਾਸਤਰਾਂ ਦੇ ਅੰਦਰ ਬਚਨ ਲਿਖੇ ਹਨ ਕਿ ਮਨੁੱਖ ਦੇ ਅੰਦਰ ਇੱਕੋ ਇੱਕ ਚੀਜ਼ ਵੱਧ ਹੈ, ਬਾਕੀ ਸਭ ਚੀਜ਼ਾਂ ਮਨੁੱਖ ਦੀਆਂ ਅਤੇ ਪਸ਼ੂਆਂ ਦੀਆਂ ਸਮਾਨ ਹਨ। ਧਾਰਮਿਕ ਸ਼ਾਸਤਰ ਬਚਨ ਲਿਖਦੇ ਹਨ, ਨਿੰਦਰਾ ਭੋਜਨ ਭੋਗ ਭੈ ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਦਕਤਾ ਗਿਆਨ ਬਿਨਾ ਪਸ ਜਾਨ। ਧਾਰਮਿਕ ਸ਼ਾਸਤਰ ਬਚਨ ਕਰਦੇ ਹਨ ਕਿ ਨਿੰਦਰਾ ਜਿਹੜੀ ਨੀਂਦ ਹੈ, ਭੋਜਨ ਹੈ, ਫਿਰ ਇਸੇ ਪ੍ਰਕਾਰ ਭੋਗ ਪਦਾਰਥ ਭੋਗਣੇ ਜਿਹੜੇ ਹੈ, ਇਸੇ ਪ੍ਰਕਾਰ ਭੈ ਜਿਹੜਾ ਡਰ ਹੈ, ਇਹ ਚੀਜ਼ਾਂ ਜਿਹੜੀਆਂ ਮਨੁੱਖ ਦੀਆਂ ਅਤੇ ਪਸ਼ੂਆਂ ਦੀਆਂ ਸਮਾਨ ਹਨ। ਭੋਜਨ ਪਾਣੀ ਆਪਾਂ ਛਕਦੇ ਹਾਂ, ਪਸ਼ੂ ਵੀ ਛਕਦੇ ਹੈ। ਇਸੇ ਪ੍ਰਕਾਰ ਸੰਤਾਨ ਉਤਪਤੀ ਆਪਣੀ ਹੈ, ਪਸ਼ੂਆਂ ਦੀ ਵੀ ਹੈ। ਇਸੇ ਪ੍ਰਕਾਰ ਡਰਦੇ ਆਪਾਂ ਵੀ ਹਾਂ, ਪਸ਼ੂ ਵੀ ਡਰਦੇ ਹੈ। ਪਰ ਨਰਨ ਗਿਆਨ ਨਿਜ ਅਦਕਤਾ, ਜਿਹੜੀ ਅਦਕਤਾ ਹੈ ਉਹ ਮਨੁੱਖ ਦੇ ਅੰਦਰ ਗਿਆਨ ਹੈ। ਗਿਆਨ ਬਿਨਾ ਪਸ ਜਾਣ। ਸਤਿਗੁਰੂ ਜੀ ਕਹਿੰਦੇ ਜੇ ਉਸ ਚੀਜ਼ ਨੂੰ ਨਹੀਂ ਸਮਝਦਾ ਤੇ ਫਿਰ ਸਮਾਨ ਹੈ। ਇਸ ਕਰਕੇ ਸਤਿਗੁਰੂ ਜੀ ਇੱਥੇ ਬਚਨ ਕਰਦੇ ਹਨ ਕਿ ਸਭ ਜੀ ਜੰਤ ਜਿਹੜੇ ਹਨ ਉਹ ਪਰਮੇਸ਼ਰ ਵਾਹਿਗੁਰੂ ਨੇ ਇਸ ਮਨੁੱਖ ਦੇ ਅਧੀਨ ਕਰ ਦਿੱਤੇ ਹਨ। ਮਨੁੱਖ ਦੇ ਉੱਤੇ ਐਸੀ ਪਰਮੇਸ਼ਰ ਨੇ ਕਿਰਪਾ ਕੀਤੀ ਹੈ। ਸਹਿਜ ਸੁਭਾਏ ਮਿਲੇ ਗੋਪਾਲਾ, ਨਾਨਕ ਸਾਚ ਪਤੀਨੇ। ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਜੋ ਗੋਪਾਲਾ, ਗੋ ਨਾਮ ਹੁੰਦਾ ਧਰਤੀ ਦਾ, ਇਸੇ ਪ੍ਰਕਾਰ ਪਾਲਾ ਨਾਮ ਹੈ ਪਾਲਣਾ ਕਰਨ ਵਾਲਾ, ਜਿਹੜਾ ਇਸ ਧਰਤੀ ਦੇ ਜੀਵ ਜੰਤੂਆਂ ਦੀ ਜਿੰਨੇ ਹਨ ਛੋਟੇ ਵੱਡੇ ਸਭ ਦੀ ਪਾਲਣਾ ਕਰਦਾ ਹੈ, ਉਹ ਪਰਮੇਸ਼ਰ ਵਾਹਿਗੁਰੂ ਗੋਪਾਲ ਹੈ। ਉਹਦੀ ਸਤਿਗੁਰੂ ਜੀ ਕਹਿੰਦੇ ਸਹਿਜ ਸੁਭਾਏ, ਸੁਤੇ ਸਿੱਧ ਹੀ, ਜਾਂ ਸੁਭਾਏ ਦਾ ਅਰਥ ਹੈ ਸ੍ਰੇਸ਼ਟ ਭਾਵਨਾ ਦੇ ਨਾਲ। ਜਦੋਂ ਕਿਸੇ ਦੀ ਭਾਵਨਾ ਜਿਹੜੀ ਉਹ ਸ਼ੁੱਧ ਹੋ ਜਾਂਦੀ ਹੈ, ਮਨ ਭਾਵਨੀ ਤੇ ਸਿੱਧ ਹੋਏ, ਮਨ ਦੀ ਜਿਹੜੀ ਭਾਵਨਾ ਹੈ ਉਹ ਪ੍ਰੇਮ ਵਾਲੀ, ਸ਼ਰਧਾ ਵਾਲੀ, ਵਿਸ਼ਵਾਸ ਵਾਲੀ, ਭਰੋਸੇ ਵਾਲੀ ਬਣ ਜਾਂਦੀ ਹੈ, ਉਦੋਂ ਸਤਿਗੁਰੂ ਜੀ ਕਹਿੰਦੇ ਐਸੇ ਗੋਪਾਲ ਪਰਮੇਸ਼ਰ ਵਾਹਿਗੁਰੂ ਦੀ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ। ਸਾਚ ਪਤੀਨੇ, ਅਤੇ ਸੱਚ ਦੇ ਉੱਤੇ ਉਹਨਾਂ ਦਾ ਮਨ ਜਿਹੜਾ ਉਹ ਪਸੀਜ ਜਾਂਦਾ। ਜਿੰਨਾ ਚਿਰ ਸਾਡਾ ਮਨ ਜਿਹੜਾ ਸੱਚ ਦੇ ਉੱਤੇ ਪੂਰਨ ਰੂਪ ਦੇ ਅੰਦਰ ਪਸੀਜਦਾ ਨਹੀਂ, ਮਨ ਦੇ ਅੰਦਰ ਬਾਹਰੋਂ ਅਸੀਂ ਸੁਣ ਲੈਂਦੇ ਹਾਂ, ਵੇਖ ਲੈਂਦੇ ਹਾਂ, ਪਰ ਅੰਦਰੋਂ ਜਿਹੜਾ ਸਾਡਾ ਮਨ ਹੈ ਉਹ ਪੂਰਨ ਰੂਪ ਦੇ ਅੰਦਰ ਉਹਨੂੰ ਮੰਨ ਕੇ ਸਵੀਕਾਰ ਨਹੀਂ ਕਰਦਾ। ਕਿ ਗੁਰੂ ਸਾਹਿਬਾਨ ਨੇ ਜੋ ਸਾਨੂੰ ਬਚਨ ਕੀਤੇ ਹੈ ਕਿ ਨਾਮ ਜਪਣਾ, ਬਾਣੀ ਪੜ੍ਹਨੀ, ਗੁਰੂ ਵਾਲੇ ਬਣਨਾ, ਇਹ ਹਰੇਕ ਮਨੁੱਖ ਨੂੰ, ਚਾਹੇ ਜਿਹਨੂੰ ਮਰਜ਼ੀ ਤੁਸੀਂ ਪੁੱਛੋ ਕਿ ਨਾਮ ਜਪਣਾ ਚਾਹੀਦਾ, ਗੁਰੂ ਵਾਲੇ ਬਣਨਾ ਚਾਹੀਦਾ, ਬਾਣੀ ਪੜ੍ਹਨੀ ਚਾਹੀਦੀ, ਉਹ ਕਹੂਗਾ ਹਾਂ ਪੜ੍ਹਨੀ ਚਾਹੀਦੀ। ਪਰ ਜਦੋਂ ਮਨ ਦੇ ਤਲ 'ਤੇ ਆ ਕੇ ਮੰਨਣ ਦੀ ਗੱਲ ਆ ਜਾਂਦੀ ਹੈ, ਉਦੋਂ ਨਹੀਂ, ਉਹ ਅੰਦਰਲਾ ਨਹੀਂ ਮੰਨਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ 'ਤੇ ਗੁਰੂ ਨੇ ਕਿਰਪਾ ਕਰ ਦਿੱਤੀ ਹੈ, ਉਹਨਾਂ ਦਾ ਸੱਚ ਦੇ ਅੰਦਰ ਮਨ ਜਿਹੜਾ ਉਹ ਪਤੀਜ ਜਾਂਦਾ, ਪ੍ਰਸੰਨ ਹੋ ਜਾਂਦਾ ਹੈ। ਸੋਰਠ ਮਹੱਲਾ ਪੰਜਵਾ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਅਗਲੇ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਰੱਖਿਆ ਦਾ ਸ਼ਬਦ ਉਚਾਰਨ ਕਰਦੇ ਹਨ। ਇਹ ਪਾਵਨ ਪਵਿੱਤਰ ਸ਼ਬਦ ਜਦੋਂ ਆਪਾਂ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਅਤੇ ਉਸ ਤੋਂ ਪਹਿਲਾਂ 4 ਸ਼ਬਦ ਪੜ੍ਹੇ ਜਾਂਦੇ ਹਨ। ਪੁਰਾਤਨ ਸੰਪਰਦਾਵਾਂ ਦੇ ਅੰਦਰ ਜੋ ਚੱਲੀਆਂ ਆ ਰਹੀਆਂ ਸੀਨੇ ਬਸੀਨੇ, ਉਹਨਾਂ ਦੇ ਅੰਦਰ ਸਾਧੂ ਮਹਾਤਮਾ ਅੱਗੇ ਤੋਂ ਅੱਗੇ ਇਹ ਉਪਦੇਸ਼ ਕਰਦੇ ਹਨ ਕਿ ਜੋ ਅਸੀਂ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਨ ਤੋਂ ਪਹਿਲਾਂ ਸੋਰਠ ਮਹੱਲਾ ਪੰਜਵਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਇਸੇ ਪ੍ਰਕਾਰ ਬਿਲਾਵਲ ਰਾਗ ਦਾ ਸ਼ਬਦ ਹੈ। ਤਾਤੀ ਵਾਓ ਨ ਲੱਗਈ, ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮ ਕਾਰ, ਦੁਖ ਲੱਗੈ ਨ ਭਾਈ। ਇਸੇ ਪ੍ਰਕਾਰ 2 ਸ਼ਲੋਕ ਹਨ। ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ।
ਇਸ ਪ੍ਰਕਾਰ ਜਿਹੜੇ 2 ਸ਼ਲੋਕ ਤੇ 2 ਸ਼ਬਦ ਹਨ, ਇਹ ਪੁਰਾਤਨ ਗੁਰਸਿੱਖਾਂ ਦੇ ਅੰਦਰ ਸਤਿਗੁਰਾਂ ਨੇ ਮਰਿਆਦਾ ਕਾਇਮ ਕੀਤੀ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਇਹ 4 ਸ਼ਬਦ ਪੜ੍ਹ ਕੇ ਫਿਰ ਸੋਹਿਲਾ ਸਾਹਿਬ ਦਾ ਜਾਪ ਕਰਕੇ ਤੇ ਫਿਰ ਜਿਹੜਾ ਉਹ ਸੌਣਾ ਹੈ। ਇਹ ਪਾਵਨ ਪਵਿੱਤਰ ਸ਼ਬਦ ਰੱਖਿਆ ਦੇ ਸ਼ਬਦ ਹਨ ਤੇ ਪੁਰਾਤਨ ਮਹਾਤਮਾ ਸਾਧੂ ਸੰਤ ਇਹ ਬਚਨ ਦੱਸਦੇ ਹਨ ਕਿ ਜਿਹੜਾ ਸਿੱਖ ਰਾਤ ਦੇ ਸਮੇਂ ਸੌਣ ਤੋਂ ਪਹਿਲਾਂ ਇਹਨਾਂ ਸ਼ਬਦਾਂ ਨੂੰ ਸੋਹਿਲਾ ਸਾਹਿਬ ਦੇ ਪਾਠ ਨੂੰ ਕਰਕੇ ਸੌਂਦਾ ਹੈ, ਉਹਨੂੰ ਮਾੜੇ ਸੁਪਨੇ ਹੋਰ ਮਾੜੀਆਂ ਚੀਜ਼ਾਂ ਜਿਹੜੀਆਂ ਉਹਨਾਂ ਤੋਂ ਬਚਾਅ ਹੁੰਦਾ, ਉਹਨਾਂ ਤੋਂ ਉਹਦੀ ਰੱਖਿਆ ਹੁੰਦੀ ਹੈ। ਇਸ ਕਰਕੇ ਸਤਿਗੁਰਾਂ ਦੀ ਇਹ ਪਾਵਨ ਬਾਣੀ ਦਾ ਸ਼ਬਦ ਦਾ ਪ੍ਰਤਾਪ ਐਸਾ ਹੈ। ਤਾਂ ਸਤਿਗੁਰੂ ਜੀ ਇਸ ਪਾਵਨ ਸ਼ਬਦ ਦੇ ਅੰਦਰ ਰੱਖਿਆ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ। ਸਤਿਗੁਰੂ ਜੀ ਕਹਿੰਦੇ ਹਨ ਕਿ ਜੋ ਸਾਡੇ ਗੁਰੂ ਦਾ ਸ਼ਬਦ ਹੈ, ਇਹ ਰਖਵਾਰੇ ਕਹੀਏ ਰੱਖਿਆ ਕਰਨ ਵਾਲਾ ਹੈ। ਕਿਵੇਂ ਰੱਖਿਆ ਕਰਨ ਵਾਲਾ ਹੈ? ਚੌਕੀ ਚੌਗਿਰਦ ਹਮਾਰੇ, ਜਿਵੇਂ ਚੌਂਕੀਆਂ ਹੁੰਦੀਆਂ ਪਹਿਰੇਦਾਰਾਂ ਦੀਆਂ। ਜਿਵੇਂ ਆਪਾਂ ਵੇਖਦੇ ਹਾਂ ਕਿ ਕਿਸੇ ਪਿੰਡ ਦੇ ਅੰਦਰ ਜਾਂ ਕਿਸੇ ਸ਼ਹਿਰ ਦੇ ਅੰਦਰ ਸ਼ਬਦ ਵਰਤਿਆ ਜਾਂਦਾ ਕਿ ਚੌਂਕੀ ਹੈ, ਇਹ ਥਾਣਾ ਚੌਂਕੀ ਹੈ। ਉਹ ਚੌਂਕੀ ਤੋਂ ਭਾਵ ਹੁੰਦਾ ਕਿ ਉਹਨਾਂ ਦੀ ਪਹਿਰੇਦਾਰੀ ਹੈ, ਉਹਨਾਂ ਨੇ ਰੱਖਿਆ ਕਰਨੀ ਹੈ ਪਿੰਡ ਦੀ। ਇਸੇ ਪ੍ਰਕਾਰ ਹੀ ਜੋ ਗੁਰੂ ਕਾ ਪਾਵਨ ਪਵਿੱਤਰ ਸ਼ਬਦ ਹੈ, ਸਤਿਗੁਰੂ ਜੀ ਕਹਿੰਦੇ ਇਹ ਗੁਰੂ ਕੇ ਸ਼ਬਦ ਚੌਂਕੀ ਦੀ ਨਿਆਈ ਹਨ। ਚੌਗਿਰਦ ਫਿਰ ਚਾਰੇ ਪਾਸੇ ਰੱਖਿਆ ਕਰਨ ਵਾਲੇ ਹਨ। ਜਦੋਂ ਗੁਰੂ ਕੀ ਪਾਵਨ ਬਾਣੀ ਦਾ ਕੋਈ ਆਸਰਾ ਲੈਂਦਾ ਹੈ ਫਿਰ ਉਹਦੀ ਰੱਖਿਆ ਹੁੰਦੀ ਹੈ। ਇਸੇ ਪ੍ਰਕਾਰ ਚੌਕੀ ਚੌਗਿਰਦ ਹਮਾਰੇ, ਚੌਕੀ ਤੋਂ ਭਾਵ ਹੈ ਚਾਰ ਅੱਖਰਾਂ ਵਾਲਾ ਜੋ ਪਰਮੇਸ਼ਰ ਦਾ ਨਾਮ ਵਾਹਿਗੁਰੂ ਹੈ। ਵਾਵਾ ਹਾਹਾ ਗੱਗਾ ਰਾਰਾ 4 ਅੱਖਰ ਹਨ। ਵਾਹਿਗੁਰੂ ਨਾਮ ਹੈ ਜੋ ਪਰਮੇਸ਼ਰ ਵਾਹਿਗੁਰੂ ਦਾ, ਉਹ ਰੱਖਿਆ ਕਰਨ ਵਾਲਾ ਹੈ। ਚਾਰੇ ਤਰਫਾਂ ਤੋਂ ਨਾਮ ਦੁਆਰਾ ਰੱਖਿਆ ਹੁੰਦੀ ਹੈ। ਰੱਖੇ ਰੱਖਣ ਹਾਰ ਆਪ ਉਬਾਰੇ ਹਨ, ਗੁਰ ਕੀ ਪੈਰੀ ਪਾਏ ਕਾਜ ਸਵਾਰੇ ਹਨ। ਇਸ ਕਰਕੇ ਸਤਿਗੁਰੂ ਜੀ ਇੱਥੇ ਬਚਨ ਕਰਦੇ ਹਨ, ਗੁਰ ਕਾ ਸ਼ਬਦ ਰਖਵਾਰੇ। ਗੁਰੂ ਕਾ ਜਿਹੜਾ ਸ਼ਬਦ ਹੈ ਉਹ ਰੱਖਿਆ ਕਰਨ ਵਾਲਾ ਹੈ। ਚੌਕੀ ਚੌਗਿਰਦ ਹਮਾਰੇ, ਪਹਿਰੇਦਾਰੀ ਵਾਂਗੂ ਗੁਰੂ ਕਾ ਸ਼ਬਦ ਜਿਹੜਾ ਉਹ ਸਾਡੀ ਰੱਖਿਆ ਕਰਦਾ ਹੈ। ਰਾਮ ਨਾਮ ਮਨ ਲਾਗਾ ਜਮ ਲੱਜਾਏ ਕਰ ਭਾਗਾ। ਸਤਿਗੁਰੂ ਜੀ ਕਹਿੰਦੇ ਰਮਿਆ ਹੋਇਆ ਜੋ ਰਾਮ ਹੈ, ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ ਰਾਮ ਸ਼ਬਦ ਜਿਹੜਾ ਉਹ ਬਹੁਤਾਤ ਵਾਰੀ ਆਉਂਦਾ, ਪਰ ਰਾਮ ਤੋਂ ਭਾਵ ਜੋ ਰਮਿਆ ਹੋਇਆ, ਜਿਹੜਾ ਹਰ ਇੱਕ ਕਣ ਕਣ ਦੇ ਅੰਦਰ ਰਮਿਆ ਹੋਇਆ ਪਰਮੇਸ਼ਰ ਵਾਹਿਗੁਰੂ ਹੈ, ਉਸ ਦਾ ਵਾਚਕ ਹੈ ਰਾਮ। ਇਸੇ ਪ੍ਰਕਾਰ ਹੀ ਜਿੱਥੇ ਰਾਮ ਚੰਦ ਜੀ ਆ ਜਾਂਦਾ, ਉਹ ਦਸ਼ਰਥ ਦੇ ਬੇਟੇ ਭਗਵਾਨ ਰਾਮ ਚੰਦਰ ਜੀ, ਉਹਨਾਂ ਵਾਸਤੇ ਆਉਂਦਾ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਮਨ ਰਾਮ ਨਾਮ ਮਨ ਲਾਗਾ, ਜੋ ਰਮਿਆ ਹੋਇਆ ਰਾਮ ਪਰਮੇਸ਼ਰ ਵਾਹਿਗੁਰੂ ਹੈ, ਉਹਦੇ ਨਾਮ ਦੇ ਵਿੱਚ ਜਿਨ੍ਹਾਂ ਦਾ ਮਨ ਲੱਗ ਗਿਆ, ਜਮ ਲੱਜਾਏ ਕਰ ਭਾਗਾ। ਜਿਹੜੇ ਜਮ ਹਨ, ਮੌਤ ਦੇ ਫਰਿਸ਼ਤੇ ਹਨ, ਉਹ ਵੀ ਸਤਿਗੁਰੂ ਜੀ ਕਹਿੰਦੇ ਲੱਜਾਏ, ਲੱਜਿਆਵਾਨ ਹੋ ਕੇ। ਜਦੋਂ ਆਪਾਂ ਪਾਠ ਕਰਦੇ ਹਾਂ, ਇਹ ਜਿਹੜੇ ਸ਼ਬਦ ਹਨ ਜਦੋਂ ਸੰਥਿਆ ਕਰਾਈ ਜਾਂਦੀ ਉਦੋਂ ਦੱਸਿਆ ਜਾਂਦਾ ਵੀ ਲੱਜਾਏ। ਲੱਜਾਏ ਤੋਂ ਭਾਵ ਹੈ ਲੱਜਿਆਵਾਨ, ਕੱਸ ਕੇ ਬੋਲਣਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜੇ ਜਮਦੂਤ ਹਨ ਉਹ ਵੀ ਸ਼ਰਮਸਾਰ ਹੋ ਕੇ ਭੱਜ ਜਾਂਦੇ ਆ। ਸਾਧੂ ਮਹਾਤਮਾ ਇਹ ਪੁਰਾਤਨ ਗੁਰਸਿੱਖਾਂ ਦੇ ਅੰਦਰ ਇਹ ਬਚਨ ਸੁਣਨ ਦੇ ਵਿੱਚ ਆਉਂਦੇ ਹਨ ਕਿ ਜਿਹੜਾ ਸਿੱਖ ਸੌਣ ਤੋਂ ਪਹਿਲਾਂ ਸ਼ਬਦਾਂ ਦਾ ਜਾਪ ਕਰਕੇ ਸੋਹਿਲੇ ਸਾਹਿਬ ਦਾ ਪਾਠ ਕਰਕੇ ਸੌਂਦਾ ਹੈ ਅਤੇ ਅਚਨਚੇਤ ਕਈ ਵਾਰ ਕਿਸੇ ਦੀ ਐਸੀ ਮੌਤ ਜਿਹੜੀ ਲਿਖੀ ਹੁੰਦੀ ਹੈ ਕਿ ਆਪਾਂ ਵੇਖਦੇ ਹਾਂ ਕਿ ਫਲਾਣਾ ਬੰਦਾ ਸੁੱਤਾ ਸੀ, ਸੁੱਤਾ ਹੀ ਰਹਿ ਗਿਆ, ਤਾਂ ਸਤਿਗੁਰੂ ਜੀ ਕਹਿੰਦੇ ਜਿਹੜਾ ਇਸ ਪਾਵਨ ਬਾਣੀ ਦੇ ਸ਼ਬਦਾਂ ਨੂੰ ਸੋਹਿਲਾ ਸਾਹਿਬ ਦੇ ਪਾਠ ਨੂੰ ਪੜ੍ਹ ਕੇ ਫਿਰ ਵਿਰਾਜਦਾ ਹੈ, ਜੇ ਉਹਦੇ ਨਾਲ ਐਸੀ ਕੋਈ ਘਟਨਾ ਵਾਪਰਦੀ ਹੈ ਤੇ ਉਹ ਮਾੜੇ ਪਾਸੇ ਨਹੀਂ ਜਾਂਦਾ, ਕਿਉਂਕਿ ਗੁਰੂ ਕੀ ਪਾਵਨ ਬਾਣੀ ਦਾ ਸ਼ਬਦ ਦਾ ਪ੍ਰਤਾਪ ਹੈ। ਇਸ ਕਰਕੇ ਸਾਡੇ 'ਤੇ ਸਤਿਗੁਰਾਂ ਨੇ ਇਹ ਮਹਾਨ ਬਖਸ਼ਿਸ਼ਾਂ ਕੀਤੀਆਂ ਹਨ, ਇਹ ਮਰਿਆਦਾ ਕਾਇਮ ਕੀਤੀਆਂ ਹਨ।
ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜਾ ਗੁਰਬਾਣੀ ਦੇ ਸ਼ਬਦਾਂ ਦਾ ਜਾਪ ਕਰਕੇ ਆਪਣੇ ਮਨ ਦੇ ਅੰਦਰ ਇਹਨਾਂ ਦਾ ਅਭਿਆਸ ਕਰਦਾ ਹੈ, ਜਮ ਲਜਾਏ ਕਰ ਭਾਗਾ। ਜਮਦੂਤ ਜਿਹੜੇ ਹਨ ਉਹ ਵੀ ਲੱਜਿਆਵਾਨ ਹੋ ਕੇ, ਸ਼ਰਮਸਾਰ ਹੋ ਕੇ ਭੱਜ ਜਾਂਦੇ ਹਨ। ਜਿਵੇਂ ਇਤਿਹਾਸ ਦੇ ਅੰਦਰ ਐਸੀਆਂ ਘਟਨਾਵਾਂ ਆਉਂਦੀਆਂ ਹਨ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ ਇੱਕ ਸਿੱਖ ਹੋਇਆ ਜੋ ਕਿ ਗੁਰੂ ਘਰ ਦਾ ਬੜਾ ਸ਼ਰਧਾਲੂ, ਨਾਮ ਬਾਣੀ ਦਾ ਰਸੀਆ ਸੀ। ਅਤੇ ਉਹ ਰਸਤੇ ਵਿੱਚ ਦੀ ਇੱਕ ਵਾਰੀ ਲੰਘ ਰਿਹਾ ਸੀ ਅਤੇ ਸ਼ਾਮਾਂ ਹੋ ਗਈਆਂ। ਰਸਤੇ ਦੇ ਵਿੱਚ ਇੱਕ ਕੋਈ ਬਾਣੀਆ ਉਸ ਨੂੰ ਮਿਲਿਆ ਅਤੇ ਉਹ ਬਾਣੀਆ ਜਿਹੜਾ ਸੀ ਉਹਨੇ ਸਿਰ ਦੇ ਉੱਤੇ ਪੰਡ ਚੱਕੀ ਹੋਈ ਸੌਦੇ ਦੀ। ਆਪ ਦੀ ਉਹਦੀ ਉਮਰ ਜਿਹੜੀ ਵਡੇਰੀ ਅਤੇ ਬੜਾ ਉਹ ਤੰਗ ਹੋਵੇ, ਤੁਰਿਆ ਨਾ ਜਾਏ। ਉਸ ਸਮੇਂ ਸਿੱਖ ਨੇ ਵੇਖਿਆ ਅਤੇ ਪਰਉਪਕਾਰ ਅੰਦਰ ਪੈਦਾ ਆਇਆ ਕਿ ਇਹਦਾ ਪਰਉਪਕਾਰ ਕਰੀਏ, ਇਹਦਾ ਭਲਾ ਕਰੀਏ, ਇਹਦੀ ਮਦਦ ਕਰੀਏ। ਗੁਰੂ ਕੇ ਸਿੱਖ ਨੇ ਉਸ ਨੂੰ ਜਾ ਕੇ ਆਖਿਆ ਵੀ ਤੂੰ ਇਹ ਪੰਡ ਮੈਨੂੰ ਚੁਕਾ ਦੇ ਅਤੇ ਤੂੰ ਮੇਰੇ ਨਾਲ ਨਾਲ ਤੁਰਿਆ ਚੱਲ, ਤੇਰੇ ਘਰ ਤੱਕ ਮੈਂ ਇਹ ਪਹੁੰਚਾ ਆਉਣਾ। ਅਤੇ ਜਦੋਂ ਉਹਨੇ ਇਹ ਗੱਲ ਮੰਨ ਲਈ ਅਤੇ ਗੁਰੂ ਕੇ ਸਿੱਖ ਨੇ ਬੇਨਤੀ ਕੀਤੀ ਵੀ ਜੇ ਤੈਨੂੰ ਬਾਣੀ ਪੜ੍ਹਨੀ ਆਉਂਦੀ ਹੈ ਫਿਰ ਤੂੰ ਬਾਣੀ ਅੱਗੇ ਅੱਗੇ ਪੜ੍ਹਦਾ ਚੱਲ ਅਤੇ ਮੈਂ ਪਿੱਛੇ ਪਿੱਛੇ ਸੁਣਦਾ ਆਉਣਾ। ਕਹਿੰਦਾ ਮੈਨੂੰ ਤਾਂ ਪੜ੍ਹਨੀ ਨਹੀਂ ਆਉਂਦੀ। ਫਿਰ ਗੁਰੂ ਕਾ ਸਿੱਖ ਕਹਿਣ ਲੱਗਿਆ ਫਿਰ ਮੈਂ ਅੱਗੇ ਅੱਗੇ ਬਾਣੀ ਪੜ੍ਹਦਾ ਜਾਂਦਾ, ਤੂੰ ਸੁਣਦਾ ਸੁਣਦਾ ਆ, ਕਿ ਹੋਰ ਤਾਂ ਗੱਲ ਆਪਾਂ ਕੋਈ ਕਰਨੀ ਨਹੀਂ ਰਸਤੇ ਅੰਦਰ। ਉਹ ਗੁਰੂ ਕਾ ਸਿੱਖ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਲਿਆ, ਅੱਗੇ ਅੱਗੇ ਪੜ੍ਹਦਾ ਜਾਂਦਾ, ਉਹ ਪਿੱਛੇ ਪਿੱਛੇ ਸੁਣਦਾ ਆਉਂਦਾ। ਜਦੋਂ ਘਰ ਦੇ ਅੰਦਰ ਜਾ ਕੇ ਉਹਨੂੰ ਪਹੁੰਚਾ ਦਿੱਤਾ ਅਤੇ ਗੁਰੂ ਕੇ ਸਿੱਖ ਦੀ ਕਮਾਈ ਸੀ, ਨਾਮ ਬਾਣੀ ਦਾ ਅਭਿਆਸ ਸੀ। ਆਪਣੀ ਦਿਵ ਦ੍ਰਿਸ਼ਟੀ ਦੇ ਨਾਲ ਵੇਖਿਆ ਵੀ ਇਹਦੀ ਤਾਂ ਉਮਰ ਥੋੜ੍ਹੀ ਰਹਿ ਗਈ ਹੈ, ਇਹਦੀ ਤਾਂ 8 ਕੁ ਦਿਨਾਂ ਦੀ ਉਮਰ ਰਹਿ ਚੁੱਕੀ ਹੈ। ਅਤੇ ਗੁਰੂ ਕੇ ਸਿੱਖ ਨੇ ਉਸ ਨੂੰ ਆਖਿਆ ਵੀ ਤੇਰੀ ਉਮਰ ਜਿਹੜੀ ਹੈ ਉਹ ਥੋੜ੍ਹੀ ਰਹਿ ਚੁੱਕੀ ਹੈ, ਤੇਰੀ 8 ਕੁ ਦਿਨਾਂ ਦੀ ਉਮਰ ਰਹਿ ਗਈ ਹੈ ਅਤੇ ਤੇਰੇ ਨਾਲ ਅਸੀਂ ਇਹ ਹੁਣ ਪਾਵਨ ਬਾਣੀ ਦਾ ਤੂੰ ਪਾਠ ਸਰਵਣ ਕੀਤਾ ਹੈ ਅਤੇ ਇਹਦਾ ਫਲ ਤੈਨੂੰ ਗੁਰੂ ਨੇ ਪ੍ਰਾਪਤ ਕਰਾਉਣਾ ਹੈ, ਤੈਨੂੰ ਉਪਦੇਸ਼ ਬਖਸ਼ਿਸ਼ ਕਰਨਾ ਹੈ। ਅਤੇ ਤੈਨੂੰ ਅਸੀਂ ਸਿੱਖਿਆ ਬਖਸ਼ਿਸ਼ ਕਰਦੇ ਹਾਂ, ਤੈਨੂੰ ਇੱਕ ਜੁਗਤੀ ਦੱਸਦੇ ਹਾਂ ਵੀ ਉਮਰ ਸਾਡੀ ਵੀ ਜਿਹੜੀ ਉਹ ਇੰਨੇ ਕੁ ਦਿਨਾਂ ਦੀ ਰਹਿ ਚੁੱਕੀ ਹੈ ਅਤੇ ਅਸੀਂ ਤੇਰੇ ਤੋਂ ਪਹਿਲਾਂ ਚਲੇ ਜਾਣਾ। ਅਤੇ ਅੱਗੇ ਪ੍ਰਲੋਕ ਦੇ ਅੰਦਰ ਜਦੋਂ ਤੈਨੂੰ ਪੁੱਛਿਆ ਜਾਏਗਾ ਕਿ ਜਿਹੜਾ ਤੂੰ ਪਾਵਨ ਬਾਣੀ ਦਾ ਜਾਪ ਸਰਵਣ ਕੀਤਾ ਵੀ ਉਹਦਾ ਫਲ ਲੈਣਾ ਪਹਿਲਾਂ ਕਿ ਜਿਹੜੇ ਤੂੰ ਪਾਪ ਰੂਪ ਕਰਮ ਕੀਤੇ ਉਹਨਾਂ ਦਾ ਫਲ ਲੈਣਾ। ਅਤੇ ਤੂੰ ਉੱਥੇ ਇਹ ਕਹਿਣਾ ਕਿ ਮੈਂ ਜੋ ਪਾਵਨ ਬਾਣੀ ਨੂੰ ਸਰਵਣ ਕੀਤਾ ਉਹਦਾ ਫਲ ਮੈਨੂੰ ਦਿਓ। ਉਸ ਸਮੇਂ ਸਮਾਂ ਪਾ ਕੇ ਇੱਧਰ ਗੁਰੂ ਕਾ ਸਿੱਖ ਜਿਹੜਾ ਉਹ ਸੱਚਖੰਡ ਨੂੰ ਸੁਧਾਰ ਗਿਆ। ਪਿੱਛੋਂ ਇਹ ਜਦੋਂ ਗਿਆ ਇਹਨੇ ਆਪਣਾ ਸਰੀਰ ਤਿਆਗਿਆ ਅਤੇ ਇਤਿਹਾਸ ਦੇ ਅੰਦਰ ਇਹ ਘਟਨਾ ਦਰਜ ਹੈ ਕਿ ਜਦੋਂ ਪ੍ਰਲੋਕ ਦੇ ਅੰਦਰ ਪਹੁੰਚਿਆ ਅਤੇ ਜਮਾਂ ਨੇ ਜਦੋਂ ਹਿਸਾਬ ਕਿਤਾਬ ਦੇਖਿਆ ਉਸ ਸਮੇਂ ਉਹਨਾਂ ਨੇ ਪੁੱਛਿਆ ਵੀ ਤੂੰ ਪਾਵਨ ਬਾਣੀ ਨੂੰ ਸਰਵਣ ਕੀਤਾ, ਪਾਵਨ ਗੁਰਬਾਣੀ ਦੇ ਤੂੰ ਅਮੋਲਕ ਬਚਨਾਂ ਨੂੰ ਧੁਰ ਕੀ ਬਾਣੀ ਨੂੰ ਸਰਵਣ ਕੀਤਾ, ਉਹਦਾ ਫਲ ਤੈਨੂੰ ਦੇ ਦਈਏ। ਕਹਿਣ ਲੱਗਿਆ ਹਾਂ ਪਹਿਲਾਂ ਮੈਨੂੰ ਇਹਦਾ ਫਲ ਦਿਓ। ਇਹਦਾ ਫਲ ਕੀ ਹੈ? ਕਹਿੰਦੇ ਵੀ ਇਹਦਾ ਫਲ ਇਹ ਹੈ ਵੀ ਤੈਨੂੰ ਕੁਝ ਕੁ ਘੜੀਆਂ ਜਿਹੜੀਆਂ ਉਹ ਸੱਚਖੰਡ ਦੀਆਂ ਨਸੀਬ ਹੋਣਗੀਆਂ, ਉਦੋਂ ਬਾਅਦ ਤੂੰ ਵਾਪਸ ਆ ਜਾਣਾ, ਫਿਰ ਤੈਨੂੰ ਇਹ ਜਿਹੜੇ ਤੂੰ ਕਰਮ ਕੀਤੇ ਉਹਨਾਂ ਦਾ ਫਲ ਭੋਗਣਾ ਪੈਣਾ। ਕਹਿਣ ਲੱਗਿਆ ਠੀਕ ਹੈ। ਕਹਿੰਦੇ ਜਦੋਂ ਉਹਨਾਂ ਜਮਾਂ ਨੇ ਆਪਣੀ ਜਦੋਂ ਹੱਦਬੰਦੀ 'ਤੇ ਪਹੁੰਚ ਕੇ ਉਸ ਨੂੰ ਅੱਗੇ ਤੋਰ ਦਿੱਤਾ ਅਤੇ ਸੱਚਖੰਡ ਰੂਪੀ ਦਰਬਾਰ ਦੇ ਅੰਦਰ ਜਿੱਥੇ ਗੁਰੂ ਕੇ ਸਿੱਖ ਸਮਾਧੀਆਂ ਲਾ ਕੇ ਬੈਠੇ ਹੈ, ਨਾਮ ਚੱਲ ਰਿਹਾ, ਬਾਣੀ ਚੱਲ ਰਹੀ, ਉੱਥੇ ਜਾ ਕੇ ਸੁਭਾਏਮਾਨ ਹੋ ਗਿਆ ਸਤ ਸੰਗਤ ਦੇ ਅੰਦਰ। ਉੱਥੇ ਹੀ ਉਹ ਗੁਰੂ ਕਾ ਸਿੱਖ ਜਿਹੜਾ ਉਹ ਸੁਭਾਏਮਾਨ ਹੋ ਰਿਹਾ। ਜਦੋਂ ਉਹਨਾਂ ਨੇ ਕਿਹਾ ਵੀ ਇੰਨੀਆਂ ਘੜੀਆਂ ਹਨ ਉਹ ਪੂਰੀਆਂ ਹੋ ਗਈਆਂ, ਉੱਠ ਕੇ ਜਾਣ ਲੱਗਿਆ ਅਤੇ ਗੁਰੂ ਕੇ ਸਿੱਖ ਨੇ ਬਾਂਹ ਫੜ ਲਈ, ਕਹਿਣ ਲੱਗੇ ਇੱਥੇ ਬਹਿ ਜਾ ਹੁਣ। ਕਹਿੰਦਾ ਕਿ ਨਹੀਂ ਸਮਾਂ ਪੂਰਾ ਹੋ ਗਿਆ। ਅਤੇ ਗੁਰੂ ਕੇ ਸਿੱਖ ਨੇ ਬਚਨ ਕੀਤੇ ਕਿ ਇੱਥੇ ਹੁਣ ਉਹਨਾਂ ਦੀ ਪਹੁੰਚ ਨਹੀਂ, ਇਹ ਤੈਨੂੰ ਜਿਹੜਾ ਤੂੰ ਸੁਖਮਨੀ ਸਾਹਿਬ ਦਾ ਪਾਠ ਸਰਵਣ ਕੀਤਾ ਉਸੇ ਦਾ ਹੀ ਤੈਨੂੰ ਫਲ ਇਹ ਪ੍ਰਾਪਤ ਹੋ ਗਿਆ।
ਇਸ ਕਰਕੇ ਕਹਿਣ ਤੋਂ ਭਾਵ ਕਿ ਗੁਰੂ ਸਾਹਿਬਾਨ ਜੀ ਨੇ ਆਪਣੇ ਇਤਿਹਾਸ ਦੇ ਅੰਦਰ ਸਿੱਖਾਂ ਰਾਹੀਂ ਜਾਂ ਆਪ ਸਾਨੂੰ ਇਹ ਉਪਦੇਸ਼ ਬਖਸ਼ਿਸ਼ ਕੀਤੇ ਹਨ ਕਿ ਗੁਰੂ ਕੀ ਪਾਵਨ ਗੁਰਬਾਣੀ ਦਾ ਸੁਣਨ ਦਾ ਕਿੱਡਾ ਵੱਡਾ ਮਹੱਤਮ ਹੈ। ਕੋਟ ਪੁੰਨ ਸੁਣ ਹਰ ਕੀ ਬਾਣੀ, ਗੁਰਬਾਣੀ ਸੁਣ ਮੈਲ ਗਵਾਏ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜਾ ਪਾਵਨ ਗੁਰਬਾਣੀ ਨੂੰ ਨਾਮ ਨੂੰ ਜਪਦਾ ਤੇ ਸੁਣਦਾ ਹੈ, ਜਮ ਲਜਾਏ ਕਰ ਭਾਗਾ। ਜਮਦੂਤ ਜਿਹੜੇ ਆ ਉਹ ਨੇੜੇ ਨਹੀਂ ਆਉਂਦੇ, ਉਹ ਤੇ ਨਾਮ ਸੁਣ ਕੇ ਹੀ ਦੂਰ ਭੱਜ ਜਾਂਦੇ ਨੇ, ਕਿਉਂਕਿ ਉਹਨਾਂ ਦਾ ਇੱਥੇ ਆਉਣ ਦੇ ਵਿੱਚ ਉਹਨਾਂ ਦੀ ਸ਼ਕਤੀ ਨਹੀਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਅੰਦਰ ਐਸੀ ਮਹਾਨਤਾ ਹੈ, ਐਸੀ ਕਲਾ ਹੈ। ਤਾਂ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਜਿਨ੍ਹਾਂ ਦਾ ਰਮੇ ਹੋਏ ਰਾਮ ਦੇ ਵਿੱਚ, ਨਾਮ ਦੇ ਵਿੱਚ ਜਿਨ੍ਹਾਂ ਦਾ ਮਨ ਲੱਗ ਗਿਆ ਹੈ, ਜਮ ਲਜਾਏ ਕਰ ਭਾਗਾ। ਜਮਦੂਤ ਜਿਹੜੇ ਹੈ ਉਹਨਾਂ ਤੋਂ ਸ਼ਰਮਸਾਰ ਹੋ ਕੇ ਦੂਰ ਭੱਜ ਜਾਂਦੇ ਹਨ। ਪ੍ਰਭ ਜੀ ਤੂੰ ਮੇਰੋ ਸੁਖ ਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ। ਸਤਿਗੁਰੂ ਜੀ ਕਹਿੰਦੇ, ਹੇ ਪ੍ਰਭੂ ਪਰਮੇਸ਼ਰ ਵਾਹਿਗੁਰੂ ਜੀ, ਤੁਸੀਂ ਸਾਡੇ ਸੁੱਖਾਂ ਦੇ ਦਾਤੇ ਹੋ। ਜਿੰਨੇ ਸੁੱਖ ਹਨ ਇਹਨਾਂ ਦੇ ਦਾਤੇ ਜੋ ਹਨ ਉਹ ਪਰਮੇਸ਼ਰ ਵਾਹਿਗੁਰੂ ਹਨ। ਬੰਧਨ ਕਾਟ ਕਰੇ ਮਨ ਨਿਰਮਲ। ਜਿੰਨੇ ਬੰਧਨ ਹਨ ਵਿਸ਼ੇ ਵਾਸ਼ਨਾ ਦੇ, ਜੰਮਣ ਮਰਨ ਦੇ, ਕਰਤਾ ਭੋਗਤਾ ਦੇ, ਇਹ ਸਭ ਬੰਧਨਾਂ ਨੂੰ ਕੱਟ ਕੇ ਤੇ ਮਨ ਜਿਹੜਾ ਉਹ ਨਿਰਮਲ ਉਜਲ ਕਰ ਦਿੰਦੇ ਹੈ। ਪੂਰਨ ਪੁਰਖ ਵਿਧਾਤਾ, ਜੋ ਪੂਰਨ ਪਰਮੇਸ਼ਰ ਵਾਹਿਗੁਰੂ ਹੈ, ਪੁਰਖ ਜੋ ਪੁਰਸ਼ਾਰਥ ਵਾਲਾ ਹੈ, ਜਿਸ ਦੇ ਅੰਦਰ ਸਭ ਕੁਝ ਕਰਨ ਦੀ ਸਮਰੱਥਾ ਹੈ। ਹਰਨ ਭਰਨ ਜਾ ਕਾ ਨੇਤਰ ਹੋਰ। ਅੱਖ ਦੇ ਖੋਲ੍ਹਣ ਤੇ ਬੰਦ ਕਰਨ ਦੇ ਸਮੇਂ ਦੇ ਵਿੱਚ ਹੀ ਉਹ ਪਰਮੇਸ਼ਰ ਵਾਹਿਗੁਰੂ ਕੀ ਦਾ ਕੀ ਕਰ ਸਕਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਪੂਰਨ ਪੁਰਖ ਵਿਧਾਤਾ, ਜੋ ਪੂਰਨ ਪਰਮੇਸ਼ਰ ਵਾਹਿਗੁਰੂ ਹੈ, ਪੁਰਸ਼ਾਰਥ ਵਾਲਾ ਹੈ, ਵਿਧਾਤਾ ਸਾਡੇ ਕਰਮਾਂ ਦੇ ਫਲ ਨੂੰ ਭੁਗਤਾਉਣ ਵਾਲਾ ਹੈ। ਐਸਾ ਪਰਮੇਸ਼ਰ ਵਾਹਿਗੁਰੂ ਬੰਧਨਾਂ ਨੂੰ ਕੱਟ ਕੇ ਤੇ ਸਾਡੇ ਮਨ ਨੂੰ ਨਿਰਮਲ ਤੇ ਉਜਲ ਕਰ ਦਿੰਦਾ ਹੈ। ਰਹਾਉ ਨਾਨਕ ਪ੍ਰਭ ਅਵਿਨਾਸੀ, ਤਾਕੀ ਸੇਵ ਨ ਬਿਰਥੀ ਜਾਸੀ। ਸਤਿਗੁਰੂ ਜੀ ਉਚਾਰਨ ਕਰਦੇ ਹਨ ਕਿ ਜੋ ਨਾਸ ਤੋਂ ਰਹਿਤ ਅਵਿਨਾਸੀ ਪਰਮੇਸ਼ਰ ਵਾਹਿਗੁਰੂ ਹੈ, ਉਹਦੀ ਜਿਹੜੀ ਸੇਵਾ ਹੈ ਉਹ ਕਦੇ ਬਿਰਥੀ ਨਹੀਂ ਜਾਂਦੀ, ਕਦੇ ਖਾਲੀ ਨਹੀਂ ਜਾਂਦੀ। ਸਰਨ ਆਵੈ ਸਰਬ ਸੁਖ ਪਾਵੈ, ਤਿਲ ਨਹੀਂ ਭੰਨੈ ਘਾਲਿਆ। ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ ਕਿ ਤਿਲ ਜਿੰਨੀ ਵੀ ਜੇ ਕਿਸੇ ਨੇ ਸੇਵਾ ਕੀਤੀ ਹੈ ਤੇ ਉਹ ਵੀ ਪਰਮੇਸ਼ਰ ਵਾਹਿਗੁਰੂ ਅਜਾਈ ਨਹੀਂ ਜਾਣ ਦਿੰਦਾ, ਉਹ ਵੀ ਖਾਲੀ ਨਹੀਂ ਜਾਣ ਦਿੰਦਾ। ਉਹਦਾ ਵੀ ਫਲ ਜਿਹੜਾ ਉਹਨੂੰ ਉਹ ਬਖਸ਼ਿਸ਼ ਕਰਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਤਾਂ ਕਿ ਸੇਵ ਨ ਬਿਰਥੀ ਜਾਸੀ। ਉਹ ਪਰਮੇਸ਼ਰ ਵਾਹਿਗੁਰੂ ਦੀ ਕੀਤੀ ਹੋਈ ਜਿਹੜੀ ਸੇਵਾ ਹੈ ਸ਼ਰਧਾ ਭਾਵਨਾ ਦੇ ਨਾਲ, ਉਹ ਸਤਿਗੁਰੂ ਜੀ ਕਹਿੰਦੇ ਖਾਲੀ ਨਹੀਂ ਜਾਂਦੀ। ਸਤਿਗੁਰਾਂ ਨੇ ਆਪ ਆਪਣੇ ਜੀਵਨ ਦੇ ਅੰਦਰ ਸੇਵਾਵਾਂ ਕਰਕੇ ਸਾਨੂੰ ਦਿਖਾਈਆਂ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿੰਨੀ ਸੇਵਾ ਕੀਤੀ। ਇਸੇ ਪ੍ਰਕਾਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਇੱਕ ਸਿੱਖ ਹੋਇਆ ਭਾਈ ਮੀਹਾ, ਜੋ ਧਮਧਾਨ ਸਾਹਿਬ ਦੀ ਧਰਤੀ 'ਤੇ ਜਿਸ ਨੇ ਬੜੀ ਜਲ ਦੀ ਸੇਵਾ ਕੀਤੀ। ਇੰਨਾ ਜਲ ਉਹ ਸਾਰਾ ਦਿਨ ਗਾਗਰ ਜਿਹੜੀ ਸਿਰ 'ਤੇ ਰਹਿੰਦੀ, ਅਤੇ ਸਤਿਗੁਰਾਂ ਨੇ ਨਾਮ ਹੀ ਉਸ ਦਾ ਭਾਈ ਮੀਂਹਾ ਪਾ ਦਿੱਤਾ ਕਿ ਜਿੱਥੇ ਇਹ ਗੁਰੂ ਕਾ ਸਿੱਖ ਜਾਂਦਾ ਮੀਂਹ ਵਰਾ ਦਿੰਦਾ, ਕਿਉਂਕਿ ਪਾਣੀ ਦੀ ਬੜੀ ਕਿੱਲਤ ਸੀ। ਅਤੇ ਜਦੋਂ ਸਤਿਗੁਰੂ ਜੀ ਸੇਵਾ 'ਤੇ ਪ੍ਰਸੰਨ ਹੋਏ, ਫਿਰ ਸਤਿਗੁਰਾਂ ਨੇ ਬਖਸ਼ਿਸ਼ਾਂ ਕੀਤੀਆਂ। ਸਤਿਗੁਰਾਂ ਨੇ ਪ੍ਰਚਾਰਕ ਥਾਪਿਆ ਗੁਰਸਿੱਖੀ ਦਾ ਪ੍ਰਚਾਰ ਕਰਨ ਵਾਸਤੇ। ਫਿਰ ਉਹ ਭਾਈ ਮੀਂਹੇ ਦੀ ਅੱਗੇ ਸੰਪਰਦਾ ਚੱਲੀ। ਇਸ ਪ੍ਰਕਾਰ ਇਹ ਸੇਵਾ ਦੇ ਮਹਾਨ ਫਲ ਹਨ। ਜਿਵੇਂ ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ ਬਚਨ ਆਉਂਦੇ ਹਨ, ਗੁਰ ਸੇਵਾ ਤਪਾਂ ਸਿਰ ਤਪਸਾਰ। ਵੱਡੇ ਵੱਡੇ ਰਿਸ਼ੀ ਮੁਨੀ ਜੰਗਲਾਂ ਦੇ ਅੰਦਰ ਤਪ ਸਾਧਦੇ ਹਨ। ਇਸੇ ਪ੍ਰਕਾਰ ਕੋਈ 5 ਧੂਣੀਆਂ ਦੁਆਰਾ 4 ਧੂਣੀਆਂ ਆਪਣੇ ਆਸੇ ਪਾਸੇ ਲਾ ਕੇ 5ਵੀਂ ਸੂਰਜ ਦੀ ਨੂੰ ਮੰਨ ਕੇ ਜੇਠ ਹਾੜ ਦੇ ਦਿਨਾਂ 'ਚ ਉਹ ਤਪ ਕਰਦੇ ਹੈ। ਇਸੇ ਪ੍ਰਕਾਰ ਠੰਡ ਦੇ ਦਿਨਾਂ 'ਚ ਜਲ ਧਾਰੇ ਕਰਨ, ਇਹ ਤਪ ਹੈ। ਇਹ ਜਿਹੜੇ ਤਪ ਜਿਹੜੇ ਸਰੀਰ ਨੂੰ ਕਸ਼ਟ ਦੇ ਕੇ ਕਰਨ ਵਾਲੇ, ਪਰ ਦੂਜੇ ਬੰਨੇ ਸਤਿਗੁਰੂ ਜੀ ਕਹਿੰਦੇ ਗੁਰੂ ਕੀ ਸੇਵਾ ਹੈ।
ਗੁਰੂ ਕੇ ਲੰਗਰਾਂ ਦੀ ਸੇਵਾ ਹੈ। ਗੁਰੂ ਕੇ ਲੰਗਰਾਂ ਦੇ ਅੰਦਰ ਜਿਹੜਾ ਲੋਹ ਤੇ ਮਾਈਆਂ ਪ੍ਰਸ਼ਾਦੇ ਪਕਾ ਲੈਂਦੀਆਂ, ਲੋਹ ਤੇ ਬਾਲਣ ਝੋਕਣ ਦੀ ਸੇਵਾ ਕਰ ਲੈਂਦੇ, ਇਹ ਵੱਡੇ ਤਪ ਹਨ। ਇਹਨਾਂ ਦੀਆਂ ਬਖਸ਼ਿਸ਼ਾਂ ਜਿਹੜੀਆਂ ਸਤਿਗੁਰੂ ਜੀ ਕਹਿੰਦੇ ਬੜੀਆਂ ਵੱਡੀਆਂ ਦਾਤਾਂ ਹਨ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਤਾਂ ਕਿ ਸੇਵ ਨਾ ਬਿਰਥੀ ਜਾਸੀ। ਗੁਰੂ ਦੇ ਦਰ 'ਤੇ ਕੀਤੀ ਹੋਈ ਜਿਹੜੀ ਸੇਵਾ ਹੈ ਉਹ ਕਦੇ ਖਾਲੀ ਨਹੀਂ ਜਾਂਦੀ। ਜਿਹੜਾ ਕੋਈ ਸ਼ਰਧਾ ਅਤੇ ਭਾਵਨਾ ਦੇ ਨਾਲ ਗੁਰੂ ਕੀ ਸੇਵਾ ਕਰਦਾ ਹੈ, ਉਹ ਸਭ ਦਾਤਾਂ ਜਿਹੜੀਆਂ ਸੇਵਾ ਦੇ ਵਿੱਚੋਂ ਹੀ ਪ੍ਰਾਪਤ ਕਰ ਲੈਂਦਾ ਹੈ। ਆਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਦੇ ਜਿਹੜੇ ਦਾਸ ਹਨ, ਉਹਨਾਂ ਨੂੰ ਫਿਰ ਉਹ ਪਰਮੇਸ਼ਰ ਵਾਹਿਗੁਰੂ ਆਨੰਦ ਦੇ ਸਹਿਤ ਕਰ ਦਿੰਦਾ। ਉਹਨਾਂ ਦੇ ਅੰਦਰੋਂ ਜਿਹੜੇ ਦੁੱਖ ਹਨ, ਚਿੰਤਾਵਾਂ ਹਨ, ਫਿਕਰ ਹਨ, ਉਹ ਦੂਰ ਕਰ ਦਿੰਦਾ। ਨਾਨਕ ਭਗਤਾਂ ਸਦਾ ਵਿਗਾਸ। ਸਦਾ ਹੀ ਉਹਨਾਂ ਦੇ ਜੀਵਨ ਦੇ ਵਿੱਚ ਉਹ ਪਰਮੇਸ਼ਰ ਵਾਹਿਗੁਰੂ ਭਗਤੀ ਦੀ ਜਾਗ ਲਾ ਕੇ ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਕਰਾਉਂਦਾ ਹੈ। ਜਪ ਪੂਰਨ ਹੋਈ ਆਸਾ। ਉਹ ਪਰਮੇਸ਼ਰ ਵਾਹਿਗੁਰੂ ਨੂੰ ਜਪ ਕੇ ਉਹਨਾਂ ਦੀਆਂ ਜਿਹੜੀਆਂ ਆਸਾਂ ਹਨ ਉਹ ਵੀ ਪੂਰਨ ਹੋ ਜਾਂਦੀਆਂ ਹਨ। ਸੋਰਠ ਮਹੱਲਾ ਪੰਜਵਾ। ਗੁਰ ਆਪਣੇ ਬਲਿਹਾਰੀ, ਜਿਨ ਪੂਰਨ ਪੈਜ ਸਵਾਰੀ। ਸਤਿਗੁਰੂ ਜੀ ਅਗਲੇ ਸ਼ਬਦ ਦੇ ਅੰਦਰ ਬਚਨ ਕਰਦੇ ਹਨ ਕਿ ਅਸੀਂ ਆਪਣੇ ਗੁਰੂ ਤੋਂ ਬਲਿਹਾਰ ਅਤੇ ਕੁਰਬਾਨ ਜਾਂਦੇ ਹਾਂ। ਜਿਨ ਪੂਰਨ ਪੈਜ ਸਵਾਰੀ, ਜਿਸ ਗੁਰੂ ਨੇ ਸਾਡੀ ਪੂਰਨ ਜਿਹੜੀ ਰੱਖਿਆ ਰੂਪੀ ਪੈਜ ਹੈ ਉਹ ਸਵਾਰ ਦਿੱਤੀ ਹੈ। ਲੋਕ ਪਰਲੋਕ ਦੇ ਅੰਦਰ ਸਾਡੀ ਰੱਖਿਆ ਕੀਤੀ ਹੈ। ਮਨ ਚਿੰਦਿਆ ਫਲ ਪਾਇਆ, ਪ੍ਰਭ ਆਪਣਾ ਸਦਾ ਧਿਆਇਆ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਆਪਣੇ ਪ੍ਰਭੂ ਪਰਮੇਸ਼ਰ ਨੂੰ ਧਿਆਇਆ, ਸਿਮਰਿਆ ਹੈ, ਉਹਨਾਂ ਨੇ ਮਨ ਇੱਛਤ ਜਿਹੜੇ ਫਲ ਹਨ ਉਹ ਪ੍ਰਾਪਤ ਕਰ ਲਏ ਹਨ। ਭੋਗ ਮੋਖ ਦੇ, ਧਰਮ ਅਰਥ ਕਾਮ ਮੋਖ, ਇਹ ਜਿੰਨੇ ਫਲ ਹਨ ਉਹ ਪਰਮੇਸ਼ਰ ਵਾਹਿਗੁਰੂ ਨੇ ਉਹਨਾਂ ਦੀ ਝੋਲੀ ਪਾ ਦਿੱਤੇ ਹਨ। ਸੰਤ ਹੋ ਤਿਸ ਬਿਨ ਅਵਰ ਨ ਕੋਈ, ਕਰਨ ਕਾਰਨ ਪ੍ਰਭ ਸੋਈ। ਸਤਿਗੁਰੂ ਜੀ ਕਹਿੰਦੇ ਹਨ, ਹੇ ਸ਼ਾਂਤ ਚਿੱਤ ਸੰਤ ਜਨੋ, ਮਹਾਤਮਾ ਜਨੋ, ਤਿਸ ਬਿਨ ਅਵਰ ਨ ਕੋਈ। ਉਸ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਦੂਸਰਾ ਇਸ ਸੰਸਾਰ ਦੇ ਅੰਦਰ ਐਸਾ ਨਹੀਂ ਹੈ। ਕਰਨ ਕਾਰਨ ਪ੍ਰਭ ਸੋਈ, ਜਿਹੜਾ ਸਾਰੇ ਕਾਰਨਾਂ ਨੂੰ ਕਰਨ ਦੇ ਵਿੱਚ ਸਮਰੱਥ ਅਤੇ ਸ਼ਕਤੀਵਾਨ ਹੋਵੇ। ਜਿੰਨੇ ਕਾਰਜ ਹਨ ਉਹਨਾਂ ਨੂੰ ਪਹਿਲਾਂ ਉਹਨਾਂ ਦੇ ਕਾਰਨ ਬਣਦੇ ਹੈ। ਉਹਨਾਂ ਕਾਰਨਾਂ ਨੂੰ ਅਤੇ ਉਹਨਾਂ ਕਾਰਨਾਂ ਤੋਂ ਜਿਹੜੇ ਅੱਗੇ ਕਾਰਜ ਹੁੰਦੇ ਆ, ਕੰਮ ਹੁੰਦੇ ਆ, ਉਹਨਾਂ ਨੂੰ ਕਰਨ ਦੇ ਵਿੱਚ ਸਮਰੱਥ ਹੈ ਜੇ ਤੇ ਉਹ ਪਰਮੇਸ਼ਰ ਵਾਹਿਗੁਰੂ ਹੈ। ਉਹ ਪਰਮੇਸ਼ਰ ਵਾਹਿਗੁਰੂ ਦੇ ਕੈਸੇ ਕਾਰਜ ਹਨ, ਕੈਸੇ ਉਹਦੇ ਕਾਰਨ ਹਨ। ਜਿਵੇਂ ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਪਾਖਨ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀ, ਸੈਲ ਪੱਥਰ ਮਹਿ ਜੰਤੂ ਪਾਏ, ਤਾਕਾ ਰਿਜਕ ਆਗੈ ਕਰ ਧਰਿਆ। ਹੁਣ ਪੱਥਰ ਦੇ ਅੰਦਰ ਵੀ ਪਰਮੇਸ਼ਰ ਵਾਹਿਗੁਰੂ ਨੇ ਕੀੜੇ ਬਣਾਏ ਹੈ। ਹੁਣ ਤੇ ਡਿਸਕਵਰੀ ਦੇ ਉੱਤੇ ਉਹ ਪੱਥਰ ਭੰਨ ਭੰਨ ਕੇ ਦਿਖਾ ਦਿੰਦੇ ਆ ਵੀ ਵਿੱਚ ਕੀੜੇ ਵੀ ਹੈ ਅਤੇ ਉਹਨਾਂ ਦੀ ਖੁਰਾਕ ਵੀ ਹੈ। ਅਤੇ ਉਹ ਪਰਮੇਸ਼ਰ ਵਾਹਿਗੁਰੂ ਦੀ ਕੈਸੀ ਕਲਾ ਹੈ, ਕੈਸੀ ਉਹਦੀ ਸਮਰੱਥਾ ਹੈ ਕਿ ਪੱਥਰ ਦੇ ਅੰਦਰ ਕੀੜਾ ਪੈਦਾ ਕਰਕੇ ਉੱਥੇ ਵੀ ਉਹਦੀ ਖੁਰਾਕ ਪੈਦਾ ਕਰ ਦਿੰਦਾ। ਇਹ ਉਹਦੀ ਅਜ਼ਮਤ ਹੈ, ਉਹਦੀ ਵਡਿਆਈ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਸ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਦੂਸਰਾ ਨਹੀਂ ਜਿਹੜਾ ਐਸੇ ਕਾਰਜਾਂ ਨੂੰ ਕਰ ਸਕੇ। ਉਹੀ ਹੈ ਪਰਮੇਸ਼ਰ ਵਾਹਿਗੁਰੂ ਜਿਹੜਾ ਐਸੇ ਕਾਰਨਾਂ ਨੂੰ ਕਰਨ ਦੇ ਵਿੱਚ ਸਮਰੱਥ ਹੈ। ਰਹਾਉ ਪ੍ਰਭ ਆਪਣੈ ਵਰ ਦੀਨੇ, ਸਗਲ ਜੀ ਵਸ ਕੀਨੇ। ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਨੇ ਜਦੋਂ ਵਰ ਰੂਪ ਜਿਹੜੇ ਬਚਨ ਹਨ ਉਹ ਦੀਨੇ ਕਹੀਏ ਦੇ ਦਿੱਤੇ, ਸਗਲ ਜੀ ਵਸ ਕੀਨੇ, ਸਾਰੇ ਜੀਵ ਜੰਤੂ ਹਨ ਜਿਹੜੇ ਉਹ ਵਸ ਦੇ ਵਿੱਚ ਹੋ ਗਏ। ਜਦੋਂ ਪਰਮੇਸ਼ਰ ਵਾਹਿਗੁਰੂ ਨੇ ਆਪਣੀ ਬਖਸ਼ਿਸ਼ ਕੀਤੀ ਅਤੇ ਜਿੰਨੇ ਸਾਡੇ ਗਿਆਨ ਇੰਦਰੇ ਹੈ, ਕਰਮ ਇੰਦਰੇ ਹੈ, ਮਨ ਬੁੱਧ ਹੈ, ਇਹ ਸਾਰੇ ਵਸ ਦੇ ਵਿੱਚ ਆ ਗਏ। ਇਸੇ ਪ੍ਰਕਾਰ ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ। ਕਿ ਜੇ ਪਰਮੇਸ਼ਰ ਵਾਹਿਗੁਰੂ ਦੇ ਅਸੀਂ ਬਣ ਜਾਈਏ ਤਾਂ ਸਾਰਾ ਜਗਤ ਹੀ ਸਤਿਗੁਰੂ ਜੀ ਕਹਿੰਦੇ ਤੇਰਾ ਹੈ। ਇਸ ਕਰਕੇ ਸਤਿਗੁਰੂ ਜੀ ਇੱਥੇ ਬਚਨ ਕਰਦੇ ਹਨ ਕਿ ਪਰਮੇਸ਼ਰ ਵਾਹਿਗੁਰੂ ਨੇ ਜਿਨ੍ਹਾਂ ਨੂੰ ਇਹ ਵਰ ਰੂਪ ਦੇ ਅੰਦਰ ਕਿਰਪਾ ਕੀਤੀ ਹੈ, ਸਭ ਜੀ ਜੰਤ ਉਹਨਾਂ ਦੇ ਵਸ ਕਰ ਦਿੱਤੇ ਹਨ। ਜਨ ਨਾਨਕ ਨਾਮ ਧਿਆਇਆ, ਤਾਂ ਸਗਲੇ ਦੁਖ ਮਿਟਾਇਆ।
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਦੀ ਸੰਪੂਰਨਤਾ ਕਰਦੇ ਹੋਏ ਬਚਨ ਕਰਦੇ ਹਨ ਕਿ ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ ਤਾਂ ਸਗਲੇ ਦੁੱਖ ਮਿਟਾਇਆ। ਉਹਨਾਂ ਦੇ ਸਾਰੇ ਦੁੱਖ ਜਿਹੜੇ ਉਹ ਮਿਟ ਜਾਂਦੇ, ਕਿਉਂਕਿ ਨਾਮ ਜਦੋਂ ਆਪਾਂ ਜਪਦੇ ਹਾਂ ਅਤੇ ਨਾਮ ਦੇ ਜਪਣੇ ਦੁਆਰਾ ਸਾਡੇ ਮਨ ਦੇ ਉੱਤੇ ਅਸਰ ਪੈਂਦਾ। ਸਾਡੇ ਮਨ ਦੇ ਵਿੱਚੋਂ ਮੈਲ ਜਿਹੜੀ ਉਹ ਦੂਰ ਹੁੰਦੀ ਹੈ ਅਤੇ ਮਨ ਕਰਕੇ ਹੀ ਅਸੀਂ ਦੁਖੀ ਹੁੰਦੇ ਹਾਂ। ਮਨ ਦੇ ਵਿੱਚੋਂ ਹੀ ਈਰਖਾ ਨਿਕਲਦੀ ਹੈ, ਵੈਰ ਵਿਰੋਧ ਨਿਕਲਦਾ ਹੈ, ਲੜਾਈ ਝਗੜੇ ਨਿਕਲਦੇ ਹਨ। ਇਸੇ 'ਚੋਂ ਹੀ ਸਭ ਕੁਝ ਪੈਦਾ ਹੁੰਦਾ ਅਤੇ ਇਹ ਜਦੋਂ ਫੁਰਨੇ ਕਰਦਾ ਹੈ, ਹੱਥ ਪੈਰ ਜਿਹੜੇ ਇਹਦੀ ਸਹਾਇਤਾ ਕਰ ਦਿੰਦੇ, ਉਹ ਕੰਮ ਕਰ ਦਿੰਦੇ ਅਤੇ ਉਹ ਅੰਦਰ ਜਿਹੜਾ ਕਰਾਉਣ ਵਾਲਾ ਉਹ ਤਾਂ ਇਹ ਮਨ ਹੈ। ਮਨ ਦੇ ਵਿੱਚੋਂ ਹੀ ਸਭ ਕੁਝ ਨਿਕਲਦਾ, ਇਹੀ ਫੁਰਨੇ ਕਰਦਾ, ਕੁਝ ਵੇਖਣ ਦਾ, ਕੁਝ ਸੁਣਨ ਦਾ, ਕੁਝ ਬੋਲਣ ਦਾ, ਕੁਝ ਕਰਨ ਦਾ। ਇੰਦਰੀਏ ਤਾਂ ਇਹਦਾ ਸਾਥ ਦਿੰਦੇ ਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਦੋਂ ਨਾਮ ਆਪਾਂ ਜਪਦੇ ਹਾਂ ਅਤੇ ਨਾਮ ਜਪਣ ਦੇ ਨਾਲ ਸਾਡਾ ਮਨ ਜਿਹੜਾ ਉਹ ਸ਼ੁੱਧ ਹੋ ਜਾਂਦਾ ਅਤੇ ਸ਼ੁੱਧ ਮਨ ਦੇ ਵਿੱਚੋਂ ਫਿਰ ਕਿਸੇ ਪ੍ਰਕਾਰ ਦੀ ਕੋਈ ਵੈਰ, ਕੋਈ ਵਿਰੋਧ, ਕੋਈ ਈਰਖਾ ਨਹੀਂ ਨਿਕਲਦੀ। ਇਸ ਕਰਕੇ ਸਾਡਾ ਤਨ ਵੀ ਸੁਖੀ ਰਹਿੰਦਾ ਅਤੇ ਮਨ ਵੀ ਸੁਖੀ ਰਹਿੰਦਾ। ਇਹ ਨਾਮ ਜਪਣ ਦਾ ਲਾਭ ਹੈ। ਇਸ ਕਰਕੇ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ, ਕਿਉਂਕਿ ਨਾਮ ਪਰਮੇਸ਼ਰ ਵਾਹਿਗੁਰੂ ਦਾ ਠੰਡਾ ਹੈ, ਸ਼ਾਂਤੀ ਵਾਲਾ ਹੈ। ਕਲ ਤਾਤੀ ਠੰਡਾ ਹਰ ਨਾਓ, ਹਰੀ ਪਰਮੇਸ਼ਰ ਦਾ ਨਾਮ ਐਸਾ ਠੰਡਾ ਹੈ। ਕਲਯੁਗ ਜਿਹੜਾ ਇਹ ਤੱਤਾ ਹੈ, ਇਹਦੇ ਅੰਦਰ ਤ੍ਰਿਸ਼ਨਾ ਦੀ ਅੱਗ ਹੈ, ਕਾਮ ਦੀ ਅੱਗ ਹੈ, ਹੰਕਾਰ ਦੀ ਅੱਗ ਹੈ, ਈਰਖਾ ਦੀ ਅੱਗ ਹੈ। ਇਹ ਸਭ ਪਾਸਿਆਂ ਤੋਂ ਸਾਡੇ ਮਨ ਨੂੰ, ਸਾਡੇ ਚੰਗੇ ਗੁਣਾਂ ਨੂੰ ਸਾੜਨ ਵਾਲਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨਾਮ ਨੂੰ ਜਿਨ੍ਹਾਂ ਨੇ ਧਿਆਇਆ ਹੈ ਤਾਂ ਸਗਲਾ ਦੁੱਖ ਮਿਟਾਇਆ। ਉਹਨਾਂ ਦਾ ਸਾਰਾ ਜਿਹੜਾ ਦੁੱਖ ਹੈ ਉਹ ਪਰਮੇਸ਼ਰ ਵਾਹਿਗੁਰੂ ਨੇ ਮੇਟ ਦਿੱਤਾ। ਮਨ ਵੀ ਸੁਖੀ, ਤਨ ਵੀ ਸੁਖੀ। ਹਲਤ ਸੁਖ ਪਲਤ ਸੁਖ, ਨਾਮ ਗੋਬਿੰਦ ਕਾ ਸਦਾ ਲੀਜੈ। ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਦੋਂ ਆਪਾਂ ਨਿੱਤ ਲੈਂਦੇ ਹਾਂ ਅਤੇ ਹਲਤ ਸੁਖ ਪਲਤ ਸੁਖ, ਹਲਤ ਨਾਮ ਲੋਕ ਦਾ, ਪਲਤ ਪ੍ਰਲੋਕ ਦਾ। ਲੋਕ ਅਤੇ ਪ੍ਰਲੋਕ ਦੇ ਅੰਦਰ ਉਹਨਾਂ ਨੂੰ ਸੁੱਖ ਮਿਲ ਜਾਂਦਾ। ਇਸ ਕਰਕੇ ਐਸੇ ਨਾਮ ਨੂੰ ਨਿੱਤ ਲਈਏ, ਹਮੇਸ਼ਾ ਹੀ ਐਸੇ ਨਾਮ ਨੂੰ ਆਪਾਂ ਜਪਣ ਦਾ ਅਭਿਆਸ ਬਣਾਈਏ, ਕਿਉਂਕਿ ਮਨ ਨੇ ਜਿੱਥੇ ਹੋਰ ਫੁਰਨੇ ਕਰਨੇ ਹੈ, ਇਕੱਲਾ ਬੰਦਾ ਬੈਠਾ ਫਿਰ ਵੀ ਮਨ ਅੰਦਰੋਂ ਅੰਦਰੀ ਕੁਝ ਨਾ ਕੁਝ ਸੋਚਦਾ ਰਹਿੰਦਾ, ਗੱਲਾਂ ਬਾਤਾਂ ਸੋਚੀ ਜਾਂਦਾ। ਉਹੀ ਫੁਰਨੇ ਜਿਹੜੇ ਹੈ ਜੇ ਨਾਮ ਰੂਪ ਬਣ ਜਾਣ, ਜੇ ਬਾਣੀ ਰੂਪ ਬਣ ਜਾਣ, ਸ਼ਬਦ ਰੂਪ ਬਣ ਜਾਣ ਅਤੇ ਕਿੱਡਾ ਲਾਭ ਇਸ ਨੂੰ ਪ੍ਰਾਪਤ ਹੋ ਸਕਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਹ ਨਿੱਤ ਜਪਣ ਦਾ ਜਿਹੜਾ ਅਭਿਆਸ ਹੈ, ਇਸ ਨੂੰ ਜਦੋਂ ਆਪਾਂ ਬਣਾ ਲੈਂਦੇ ਹਾਂ ਫਿਰ ਜਿੰਨੇ ਦੁੱਖ ਹਨ ਉਹ ਸਾਰੇ ਸਾਡੇ ਮਿਟ ਜਾਂਦੇ ਹਨ। ਇਹ ਪਾਵਨ ਪਵਿੱਤਰ ਉਪਦੇਸ਼ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਾਂ ਨੂੰ ਸੋਰਠ ਰਾਗ ਦੇ ਅੰਦਰ ਬਖਸ਼ਿਸ਼ ਕੀਤੇ ਹਨ, ਜਿਨ੍ਹਾਂ ਨੂੰ ਆਪਾਂ ਬੜੇ ਪ੍ਰੇਮ, ਸ਼ਰਧਾ, ਭਾਵਨਾ ਦੇ ਨਾਲ ਸਰਵਣ ਕੀਤਾ ਹੈ। ਜਿੱਥੇ ਸਰਵਣ ਕੀਤਾ ਹੈ ਉੱਥੇ ਇਹਨਾਂ ਸ਼ਬਦਾਂ ਨੂੰ ਆਪਾਂ ਮੰਨ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ। ਇਹ ਪਾਵਨ ਪਵਿੱਤਰ ਉਪਦੇਸ਼ ਆਪਣੇ ਪੜ੍ਹਨ ਸੁਣਨ ਵਾਲਿਆਂ ਦੇ ਹਿਰਦਿਆਂ 'ਚ ਵਸਣ, ਜਿਸ ਕਰਕੇ ਆਪਾਂ ਲੋਕ ਸੁਖੀਏ, ਪਰਲੋਕ ਸੁਹੇਲੇ ਹੋਈਏ ਜੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ, ਉਸ ਤੋਂ ਉਪਰੰਤ ਅਰਦਾਸ ਦੇ ਵਿੱਚ ਸ਼ਾਮਲ ਹੋਈਏ ਜੀ। ਪ੍ਰਭ ਆਪਣੈ ਵਰ ਦੀਨੇ, ਸਗਲ ਜੀ ਵਸ ਕੀਨੇ। ਜਨ ਨਾਨਕ ਨਾਮ ਧਿਆਇਆ, ਤਾ ਸਗਲੇ ਦੁੱਖ ਮਿਟਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ। ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਣਹਾਰ।
ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ